ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਉਕਾਗਰ ਕਰਨ ਦੀ ਕਰੀਏ ਕੋਸ਼ਿਸ਼। ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਪਿਛਲਾ ਕੋਈ ਅੰਕਰ ਪ੍ਰਗਟ ਹੋਇਆ, ਆਪਾਂ ਨੂੰ ਸਤ ਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਗੁਰਬਾਣੀ ਦਾ ਫਰਮਾਨ ਆ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਹ ਸਮਾਂ ਐਸਾ ਸੁਭਾਗਾ ਸਮਾਂ ਹੁੰਦਾ, ਐਸਾ ਅਮੋਲਕ ਸਮਾਂ ਹੁੰਦਾ, ਜਦੋਂ ਮਨੁੱਖ ਗੁਰਬਾਣੀ ਨੂੰ ਸਰਵਣ ਕਰਦਾ, ਗੁਰੂ ਦੇ ਗਿਆਨ ਨੂੰ ਸਰਵਣ ਕਰਦਾ, ਆਤਮਿਕ ਗਿਆਨ ਨੂੰ ਸਰਵਣ ਕਰਦਾ। ਇਹ ਸਾਡੀ ਰੂਹ ਦੀ ਖੁਰਾਕ ਆ, ਸੱਚ ਨੂੰ ਸਰਵਣ ਕਰਨਾ। ਸਾਡੀ ਆਤਮਾ ਸ਼ਾਂਤੀ ਦੇ ਵਿੱਚ ਆ ਜਾਂਦੀ ਹੈ, ਨਹੀਂ ਤਾਂ ਝੂਠ ਦੇ ਵਿੱਚ ਇਹ ਵਿਚਾਰੀ ਭਟਕਦੀ ਰਹਿੰਦੀ ਹੈ। ਇਹ ਬਾਣੀ ਦੇ ਨਾਲ ਅੰਮ੍ਰਿਤ ਰਸ, ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਸਾਡੇ ਅੰਦਰ ਅੰਮ੍ਰਿਤ ਰਸ ਡਿੱਗਦਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰੂ ਦਾ ਦਰਸ਼ਨ ਪਾਉਣ ਦੇ ਨਾਲ, ਸਤਿਗੁਰੂ ਦਾ ਦਰਸ਼ਨ ਕਰਨ ਦੇ ਨਾਲ ਮਨੁੱਖ ਦੇ ਅੰਦਰ ਦੀ ਜਲਨ ਬੁਝ ਜਾਂਦੀ ਹੈ। ਤੇ ਇਹ ਬਾਣੀ ਹੈ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬਿਲਾਲੋ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਇਹ ਧੁਰ ਕੀ ਬਾਣੀ ਹੈ ਭਾਈ, ਇਹ ਰੱਬੀ ਬਾਣੀ ਹੈ, ਇਹ ਬ੍ਰਹਮ ਦਾ ਗਿਆਨ ਆ। ਜੈਸਾ ਉੱਪਰੋਂ ਪ੍ਰਗਟ ਹੋਇਆ, ਉਸਾ ਹੀ ਅੱਗੇ ਸੁਣਾ ਦਿੱਤਾ। ਜੇ ਆਪਾਂ ਕਹਿ ਲਈਏ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ। ਹਰ ਕਰਤਾ ਆਪ ਮੂੰਹੋਂ ਕਢਾਏ। ਸਤ ਸਤ ਕਰਕੇ ਮੰਨਿਓ ਭਾਈ ਗੁਰੂ ਦੇ ਸਿੱਖਿਓ। ਇਹ ਕਰਤਾ ਪ੍ਰਮਾਤਮਾ ਵਾਹਿਗੁਰੂ ਆਪ ਹੀ ਮੂੰਹੋਂ ਕਢਾ ਰਿਹਾ ਹੈ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਇਹ ਗੁਰਬਾਣੀ ਦਾ ਗਿਆਨ ਕਰਾ ਦਿੰਦਾ ਹੈ। ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ, ਫਿਰ ਸਾਨੂੰ ਸਮਝ ਪੈਂਦੀ ਹੈ। ਕੀ ਸਮਝ ਪੈਂਦੀ ਹੈ? ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਜਿੰਨਾ ਚਿਰ ਆਪਣੇ ਅੰਦਰ ਨੂੰ ਨਹੀਂ ਜਾਂਦੇ, ਜਿੰਨਾ ਚਿਰ ਆਪਣੇ ਆਪ ਦੀ ਖੋਜ ਨਹੀਂ ਕਰਦੇ, ਭਰਮ ਦੀ ਕਾਈ ਜਿਹੜੀ ਉੱਪਰ ਜੰਮੀ ਹੋਈ ਹੈ, ਹੇਠਾਂ ਪਾਣੀ ਹੈ ਸੱਚ ਦਾ, ਉਹ ਭਰਮ ਦੀ ਕਾਈ ਦੂਰ ਨਹੀਂ ਹੋਣੀ ਭਾਈ। ਤੇ ਜਦੋਂ ਅਸੀਂ ਸਤਿਗੁਰੂ ਦੇ ਨਾਲ ਜੁੜ ਗਏ,
ਫਿਰ ਕੰਮ ਧੰਦੇ ਕਰਦੇ ਰਹਿੰਦੇ ਹੀ, ਇੱਥੇ ਖਾਂਦੇ ਪੀਂਦੇ ਗ੍ਰਸਤੀ ਜੀਵਨ ਬਤੀਤ ਕਰਦੇ ਹੀ ਮੁਕਤ ਹੋ ਜਾਵਾਂਗੇ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈ ਨੰਦਿਆਂ ਖਾਬੰਦਿਆਂ, ਵਿੱਚੇ ਹੋਵੇ ਮੁਕਤ। ਵਿੱਚੇ ਹੀ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਸੀਂ, ਅਗਰ ਗੁਰਬਾਣੀ ਨਾਲ ਜੁੜ ਜਾਈਏ, ਅਗਰ ਗੁਰੂ ਦੇ ਸੱਚੇ ਗਿਆਨ ਨਾਲ ਜੁੜ ਜਾਈਏ। ਕਿਉਂਕਿ ਗੁਰਬਾਣੀ ਦਾ ਗਿਆਨ ਹਰ ਇੱਕ ਵਾਸਤੇ ਆ ਭਾਈ, ਸਾਰਿਆਂ ਦੇ ਵਾਸਤੇ ਸਾਂਝਾ ਉਪਦੇਸ਼ ਆ। ਵੱਖ ਵੱਖ ਤਰੀਕਿਆਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਗੁਰੂ ਸਾਹਿਬਾਨਾਂ ਨੇ ਉਦਾਹਰਨਾਂ ਦੇ ਦੇ ਕੇ ਸਾਨੂੰ ਸਮਝਾਇਆ ਇਹ ਗਿਆਨ, ਕਿ ਇਹ ਗਿਆਨ ਦੇ ਵਿੱਚ ਆਤਮਿਕ ਇਸ਼ਨਾਨ ਹੋ ਜਾਂਦਾ ਮਨੁੱਖ ਦੇ ਮਨ ਦਾ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ, ਸਤਿਗੁਰ ਪਾਇਆ ਪੂਰਾ ਨਾਵਣ ਪਸ਼ੂ ਪਰੇ ਤੋਂ ਦੇਵ ਕਰੈ। ਦੇਵਤੇ ਬਣ ਜਾਈਦਾ ਭਾਈ। ਸਾਰੇ ਹੀ ਇਸ ਗਿਆਨ ਨੂੰ ਲੈ ਸਕਦੇ ਆ, ਸਾਰਿਆਂ ਨੂੰ ਹੀ ਇਹ ਗਿਆਨ ਬਖਸ਼ਿਸ਼ ਕੀਤਾ ਹੋਇਆ। ਆਪਾਂ ਜਿਵੇਂ ਕਹਿ ਦਿੰਦੇ ਹਾਂ, ਦੇਖੋ ਨਕਲੀ ਪੰਡਤ, ਨਕਲੀ ਪੁਜਾਰੀ, ਨਕਲੀ ਬ੍ਰਾਹਮਣ ਨੂੰ ਬੇਸ਼ੱਕ ਜਿਹੜਾ ਹੈ ਚੰਗੀਆਂ ਖਰੀਆਂ ਸੁਣਾਈਆਂ ਵੀ ਗਈਆਂ, ਤੇ ਉੱਥੇ ਜਿਹੜਾ ਚੰਗਾ ਬ੍ਰਾਹਮਣ ਕਿਵੇਂ ਬਣਿਆ ਜਾ ਸਕਦਾ, ਚੰਗਾ ਖੱਤਰੀ ਕਿਵੇਂ ਬਣਿਆ ਜਾ ਸਕਦਾ, ਚੰਗਾ ਜ਼ਿਮੀਂਦਾਰ ਕਿਵੇਂ ਬਣਿਆ ਜਾ ਸਕਦਾ, ਚੰਗਾ ਦੁਕਾਨਦਾਰ ਕਿਵੇਂ ਬਣਿਆ ਜਾ ਸਕਦਾ, ਚੰਗਾ ਸੁਦਾਗਰ ਕਿਵੇਂ ਬਣਿਆ ਜਾ ਸਕਦਾ, ਚੰਗਾ ਮੁਲਾਜ਼ਮ ਕਿਵੇਂ ਬਣਿਆ ਜਾ ਸਕਦਾ, ਚੰਗਾ ਅਧਿਆਪਕ ਕਿਵੇਂ ਬਣਿਆ ਜਾ ਸਕਦਾ, ਚੰਗਾ ਵੈਦ ਕਿਵੇਂ ਬਣਿਆ ਜਾ ਸਕਦਾ, ਤੇ ਚੰਗਾ ਮੁਸਲਮਾਨ ਕਿਵੇਂ ਬਣਿਆ ਜਾ ਸਕਦਾ, ਤੇ ਚੰਗਾ ਸਿੱਖ ਕਿਵੇਂ ਬਣਿਆ ਜਾ ਸਕਦਾ। ਸਾਰਾ ਗਿਆਨ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਹੋਇਆ। ਹੁਣ ਅਸੀਂ ਆਪਣੀ ਹਿੰਮਤ ਕਰਕੇ ਇਸ ਗਿਆਨ ਨੂੰ ਪੜ੍ਹਨਾ, ਸੁਣਨਾ ਤੇ ਸਮਝਣਾ, ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਜਿਵੇਂ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਬ੍ਰਾਹਮਣ ਨੂੰ ਬਹੁਤ ਜਿਹੜਾ ਹੈ ਥਾਵਾਂ ਤੋਂ ਰੋਕਿਆ ਗਿਆ ਵੀ ਤੂੰ ਲੁਕਾਈ ਨੂੰ ਲੁੱਟ ਨਾ, ਆਏ ਨਾ ਕਰ, ਤੇ ਬ੍ਰਾਹਮਣ ਦੀ ਸਿਫਤ ਵੀ ਕੀਤੀ ਗਈ ਹੈ ਜੇ ਸੱਚਾ ਬ੍ਰਾਹਮਣ ਹੋਵੇ। ਬ੍ਰਾਹਮਣ ਬਾਰੇ ਗੁਰਬਾਣੀ ਕੀ ਫਰਮਾਨ ਕਰਦੀ ਹੈ, ਬੰਧਨ ਤੋੜੈ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਜਿਹੜਾ ਬ੍ਰਾਹਮਣ ਆਪਣੇ ਬੰਧਨ ਤੋੜ ਲਵੇ, ਜਿਹੜਾ ਬ੍ਰਾਹਮਣ ਬ੍ਰਹਮ ਦਾ ਗਿਆਨ ਪ੍ਰਾਪਤ ਕਰਕੇ ਆਪਣੇ ਕਰਮ ਕਾਂਡਾਂ ਤੋਂ ਉੱਪਰ ਉੱਠ ਖੜੇ ਹੋਵੇ ਮੁਕਤ, ਮੁਕਤੀ ਦੀ ਦਾਤ ਪ੍ਰਾਪਤ ਕਰ ਲਵੇ, ਮੁਕਤੀ ਤੱਕ ਪਹੁੰਚ ਜਾਵੇ, ਤੇ ਹੋਰਾਂ ਨੂੰ ਮੁਕਤ ਕਰਾਉਂਦਾ ਹੋਵੇ। ਇਹ ਨਾ ਹੋਵੇ ਵੀ ਆਪ ਫਸਿਆ ਹੋਵੇ ਕਰਮ ਕਾਂਡਾਂ ਦੇ ਵਿੱਚ, ਹੋਰਾਂ ਨੂੰ ਫਸਾ ਰਿਹਾ ਹੋਵੇ। ਨਹੀਂ, ਜੋ ਅਸਲੀ ਬ੍ਰਾਹਮਣ ਹੈ ਉਹ ਆਪਣੇ ਬੰਧਨ ਵੀ ਤੋੜ ਲਵੇ, ਬ੍ਰਹਮ ਦਾ ਗਿਆਨ ਪ੍ਰਾਪਤ ਕਰਕੇ ਮੁਕਤੀ ਪ੍ਰਾਪਤ ਕਰ ਲਵੇ, ਤੇ ਹੋਰਾਂ ਦੇ ਬੰਧਨ ਵੀ ਤੋੜੇ। ਸੋਈ ਬ੍ਰਾਹਮਣ ਪੂਜਣ ਜੁਗਤ। ਉਹ ਬ੍ਰਾਹਮਣ ਤਾਂ ਪੂਜਣ ਦੇ ਯੋਗ ਹੋ ਜਾਂਦਾ ਹੈ, ਜਿਹੜਾ ਬ੍ਰਹਮ ਦਾ ਗਿਆਨ ਲੈ ਕੇ ਮੁਕਤੀ ਤੱਕ ਪਹੁੰਚ ਜਾਂਦਾ ਹੈ ਤੇ ਹੋਰਾਂ ਨੂੰ ਇਹ ਮੁਕਤੀ ਦਾ ਗਿਆਨ ਦਿੰਦਾ ਹੈ। ਐਸੇ ਬ੍ਰਾਹਮਣ ਤਾਂ ਪੂਜਣ ਯੋਗ ਹਨ ਜੀ। ਖੱਤਰੀ, ਫਿਰ ਅੱਗੇ ਖੱਤਰੀ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੋਇਆ। ਖੱਤਰੀ ਸੋ ਜੋ ਕਰਮਾ ਕਾ ਸੂਰ, ਪੁੰਨ ਦਾਨ ਕਾ ਕਰੈ ਸਰੀਰ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗਾਹ ਪਰਵਾਨ। ਖੱਤਰੀ ਜੋ ਕਰਮਾ ਕਾ ਸੂਰ, ਉਧਰ ਸੂਰਮਾ ਖੱਤਰੀ ਬਾਹਰ ਕਿਹਾ ਜਾਂਦਾ, ਜਿਹੜਾ ਚੰਗਾ ਬਹਾਦਰੀ ਨਾਲ ਲੜਦਾ, ਸੂਰਮਗਤੀ ਨਾਲ ਲੜਦਾ, ਉਹਨੂੰ ਕਸ਼ੱਤਰੀ ਕਿਹਾ ਜਾਂਦਾ। ਅਸਲੀ ਕਸ਼ੱਤਰੀ ਜਦੋਂ ਮਨ ਕਸ਼ੱਤਰੀ ਬਣਦਾ, ਜਦੋਂ ਮਨ ਖੱਤਰੀ ਬਣਦਾ ਤਾਂ ਕੀ ਹੁੰਦਾ, ਇਹ ਆਪਣੇ ਚੰਗੇ ਕਰਮ ਕਰਦਾ, ਕਰਮਾਂ ਕਾ ਸੂਰ, ਕਰਮਾਂ ਦਾ ਸੂਰਮਾ ਬਣ ਜਾਂਦਾ, ਚੰਗੇ ਕਰਮ ਕਰਦਾ, ਬੁਰੇ ਕਰਮ ਕਰਨੋਂ ਹਟ ਜਾਂਦਾ। ਪੁੰਨ ਦਾਨ ਕਾ ਕਰੈ ਸਰੀਰ, ਇਹ ਸਰੀਰ ਪੁੰਨ ਦਾਨ ਕਰਨ ਵਾਲਾ ਬਣ ਜਾਂਦਾ, ਕੁਝ ਨਾ ਕੁਝ ਸਵਾਰਨ ਵਾਲਾ ਬਣ ਜਾਂਦਾ। ਖੇਤ ਪਛਾਣੈ, ਇਹ ਸਰੀਰ ਇੱਕ ਖੇਤ ਆ, ਇਹਦੇ ਵਿੱਚ ਜਿਹੜੇ ਇੱਥੋਂ ਅਸੀਂ ਸ਼ੁਭ ਗੁਣਾਂ ਦੀ ਦਾਤ ਵੀ ਪ੍ਰਾਪਤ ਕਰ ਸਕਦੇ ਹਾਂ, ਚੰਗੀ ਫਸਲ ਵੀ ਲੈ ਸਕਦੇ ਹਾਂ, ਤੇ ਕੱਖ ਕੰਡਾ ਉਗਣ ਵੀ ਇਸ ਖੇਤ ਦੇ ਵਿੱਚ ਹੋ ਸਕਦੇ ਆ। ਤੇ ਜਿਹੜਾ ਕਸ਼ੱਤਰੀ ਗੁਰੂ ਲੜ ਲੱਗ ਕੇ ਮਨ ਰੂਪੀ ਕਸ਼ੱਤਰੀ ਇਹ ਪਛਾਣ ਲੈਂਦਾ ਹੈ ਆਪਣੇ ਖੇਤ ਨੂੰ, ਬੀਜੈ ਦਾਨ, ਤੇ ਚੰਗੇ ਜਿਹੜੀਆਂ ਕਰਮ ਬੀਜਦਾ ਹੈ, ਸੋ ਖੱਤਰੀ ਦਰਗਾਹ ਪ੍ਰਵਾਨ,
ਉਹ ਖੱਤਰੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ। ਬ੍ਰਾਹਮਣ ਵੀ ਪੂਜਣ ਯੁਕਤ ਹੁੰਦਾ ਜਿਹੜਾ ਸੱਚ ਨੂੰ ਜਾਣ ਲੈਂਦਾ। ਕਸ਼ੱਤਰੀ ਜਿਹੜਾ ਆਪਣੇ ਆਪ ਨਾਲ ਲੜਦਾ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ। ਉਹ ਖੱਤਰੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਜੀ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਆਮ ਜ਼ਿਮੀਂਦਾਰ ਕਿਸਾਨ ਨੂੰ, ਜਿਹਨੂੰ ਆਪਾਂ ਦੇਖੋ ਗਿਆਨ ਦੇ ਨਾਲ ਜਿਹੜਾ ਇੱਕ ਤਾਂ ਹੁੰਦੀ ਆ ਜਾਣਕਾਰੀ, ਇੱਕ ਹੁੰਦਾ ਗਿਆਨ, ਇਹਦੇ ਵਿੱਚ ਥੋੜ੍ਹਾ ਜਿਹਾ ਫਰਕ ਆ। ਜਿਵੇਂ ਜਾਣਕਾਰੀ ਆ ਵੀ ਕੇਲਾ ਛਿੱਲ ਕੇ ਖਾਇਆ ਜਾਂਦਾ, ਉਹਦਾ ਛਿਲਕਾ ਨਹੀਂ ਖਾਇਆ ਜਾਂਦਾ, ਗੁੱਦਾ ਖਾਇਆ ਜਾਂਦਾ। ਇੱਕ ਨੇ ਕੇਲਾ ਖਾ ਲਿਆ, ਇਹ ਗਿਆਨ ਆ। ਜਾਣਕਾਰੀ ਤੋਂ ਬਾਅਦ ਬਣਦਾ ਗਿਆਨ। ਸਤਿਗੁਰੂ ਸੱਚੇ ਪਾਤਸ਼ਾਹ ਗਿਆਨ ਬਖਸ਼ਿਸ਼ ਕਰ ਰਹੇ ਹਨ ਇੱਕ ਕਿਸਾਨ ਨੂੰ। ਕੀ ਸਮਝਾ ਰਹੇ ਹਨ ਜ਼ਿਮੀਂਦਾਰ ਨੂੰ ਕਿ ਭਾਈ ਤੂੰ ਕੀ ਕਰਨਾ। ਹੁਣ ਪਹਿਲਾਂ ਬ੍ਰਾਹਮਣ ਨੂੰ ਸਮਝਾ ਦਿੱਤਾ ਕਿ ਬੰਧਨਾਂ ਨੂੰ ਤੋੜ ਭਾਈ ਤੇ ਸੋਹਣਾ ਬਾਹਮਣ ਬਣ। ਖੱਤਰੀ ਨੂੰ ਸਮਝਾ ਦਿੱਤਾ ਕਿ ਬਾਹਰੋਂ ਨਾ ਲੜਦਾ ਫਿਰ, ਆਪਦੇ ਔਗਣਾਂ ਨਾਲ ਆਪਦੇ ਆਪ ਨਾਲ ਲੜ। ਹੁਣ ਇੱਕ ਜ਼ਿਮੀਂਦਾਰ ਨੂੰ ਉਪਦੇਸ਼ ਕਿਵੇਂ ਬਖਸ਼ਿਸ਼ ਕਰਦੀ ਹੈ ਗੁਰਬਾਣੀ ਮਾਂ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਪਾਓ ਕਰਮ ਕਰ ਜਮ ਸੀ ਸੇ ਕਰ ਭਾਗਠ ਦੇਖ। ਮਨ ਹਾਲੀ ਕਿਰਸਾਣੀ ਕਰਨੀ। ਜ਼ਿਮੀਂਦਾਰ ਕਿਸਾਨ ਨੂੰ ਉਪਦੇਸ਼ ਹੈ, ਜਿਵੇਂ ਹੁਣ ਇਹ ਖੇਤੀਬਾੜੀ ਦਾ ਕੰਮ ਕਰਦਾ। ਮਨ ਹਾਲੀ, ਮਨ ਨੂੰ ਹਾਲੀ ਬਣਾ। ਇਸ ਸਰੀਰ ਦੇ ਵਿੱਚੋਂ ਮਨ ਖੋਦ ਖੋਦ ਕੇ ਇਹ ਜਿਹੜਾ ਹੈ ਇਹਦੇ ਵਿੱਚੋਂ ਔਗਣਾ ਰੂਪੀ ਵਿਕਾਰਾਂ ਰੂਪੀ ਨਦੀਨ ਕੱਢ ਦੇਵੇ। ਕਿਰਸਾਣੀ ਕਰਨੀ, ਜਿਵੇਂ ਸੋਹਣਾ ਖੇਤ ਬਣਾ ਕੇ ਕਿਸਾਨ ਵੀਰ ਵੱਟਾਂ ਬੁੱਟਾਂ ਪਾ ਕੇ ਵਧੀਆ ਆਲੇ ਦੁਆਲੇ ਘੜ ਕੇ ਫਸਲ ਬੀਜਦੇ ਆ, ਇਸ ਤਰ੍ਹਾਂ ਆਪਣੇ ਆਪ ਨੂੰ ਵੀ ਘੜੋ ਭਾਈ, ਆਪਣਾ ਸਰੀਰ ਰੂਪੀ ਖੇਤ ਵੀ ਸੋਹਣਾ ਬਣਾਓ। ਸ਼ਰਮ ਪਾਣੀ ਤਨ ਖੇਤ। ਸ਼ਰਮ ਮਿਹਨਤ, ਸ਼ਰਮ ਦਾ ਅਰਥ ਹੈ ਮਿਹਨਤ। ਸ਼ਰਮ ਖੰਡ, ਮਿਹਨਤ ਦਾ ਖੰਡ, ਪਰਿਸ਼ਰਮ, ਇਹ ਪਾਣੀ ਸ਼ਰਮ ਦਾ, ਮਿਹਨਤ ਦਾ ਪਾਣੀ ਤਨ ਰੂਪੀ ਖੇਤ ਨੂੰ ਦੇਵੋ। ਭਾਵ ਅਰਥ ਇਹਦੇ ਵਿੱਚ ਸ਼ੁਭ ਗੁਣਾਂ ਦਾ ਬੀਜ ਬੀਜੋ ਤੇ ਔਗਣਾ ਰੂਪੀ ਵਿਕਾਰਾਂ ਰੂਪੀ ਜਿਹੜਾ ਨਦੀਨ ਆ ਇਹਨੂੰ ਭਾਈ ਖੇਤ ਦੇ ਵਿੱਚੋਂ ਕੱਢੋ। ਆਪਣੇ ਖੇਤ ਨੂੰ, ਸਰੀਰ ਨੂੰ ਸੋਹਣਾ ਬਣਾਓ। ਨਾਮ ਬੀਜ ਸੰਤੋਖ ਸੁਹਾਗਾ। ਫਿਰ ਭਾਈ ਤੁਸੀਂ ਵਧੀਆ ਖੇਤ ਬਣਾ ਕੇ ਫਿਰ ਪਾਉਂਦੇ ਹੋ ਬੀਜ। ਹੁਣ ਸੋਹਣਾ ਖੇਤ ਬਣਾ ਕੇ ਵਧੀਆ ਐਨ ਕਿਰਾਂ ਘਾਹ ਫੂਸ ਔਗਣਾ ਦਾ ਚੁਣ ਕੇ ਸੋਹਣਾ ਬਣਾ ਕੇ ਤੇ ਇਹਦੇ ਵਿੱਚ ਨਾਮ ਦਾ, ਸੱਚ ਦਾ ਬੀਜ ਪਾ ਦਿਓ। ਤੇ ਸੰਤੋਖ ਸੁਹਾਗਾ, ਅੱਜ ਹੀ ਬੀਜ ਪਾ ਕੇ ਇਹ ਨਾ ਕਹੋ ਵੀ ਦੇਖੀਏ ਫੋਲ ਕੇ ਉੱਗਿਆ ਕਿ ਨਹੀਂ। ਨਹੀਂ, ਉਹਨੂੰ 2-4 ਦਿਨ ਪਿਆ ਰਹਿਣ ਦਿਓ, ਟਿਕਿਆ ਰਹਿਣ ਦਿਓ। ਸੰਤੋਖ ਦਾ ਸੁਹਾਗਾ। ਥੋੜ੍ਹੇ ਜਿਹੇ ਚੰਗੇ ਕਰਮ ਕਰਕੇ ਨਾ ਐਂ ਕਰੀਏ ਵੀ ਆਹ ਤਾਂ ਕੁਛ ਹੋਇਆ ਹੀ ਨਹੀਂ। ਨਹੀਂ, ਪਤਾ ਨਹੀਂ ਕਿੰਨੇ ਕਰਮਾਂ ਦਾ ਸਾਡਾ ਅੰਦਰ ਕਾਲਖਾ ਮਾੜੀ ਜਿਹੀ ਚਾਨਣ ਦੇ ਨਾਲ ਨਹੀਂ ਚਾਨਣ ਹੋਣ ਲੱਗਿਆ। ਤੇ ਗੁਰਬਾਣੀ ਨਾਲ ਜੁੜਨਾ ਪਏਗਾ। ਇਹ ਪੂਰੇ ਦਾ ਪੂਰਾ ਗੁਰਬਾਣੀ ਦਾ ਸੂਰਜ ਅੰਦਰ ਲੈ ਕੇ ਜਾਣਾ ਪਵੇਗਾ। ਭਾਵ ਤੇਜ਼ੀ ਨਹੀਂ ਕਰਨੀ ਪਵੇਗੀ। ਸੰਤੋਖ, ਆ ਸੰਤੋਖ, ਲਾਲਚੀ ਬਿਰਤੀ ਖਤਮ ਕਰ ਦਿਓ ਭਾਈ। ਸੰਤੋਖ ਦਾ ਸੁਹਾਗਾ ਮਾਰੋ। ਰੱਖ ਗਰੀਬੀ ਵੇਸ। ਤੇ ਫਿਰ ਹਫੜ ਵੀ ਨਹੀਂ ਕਰਨੇ ਪੈਣਾ ਵੀ ਮੈਂ ਖੇਤ ਬਣਾ ਲਿਆ, ਮੈਂ ਬੀਜ ਲਿਆ, ਮੈਂ ਧਰਮੀ ਹੋ ਗਿਆ, ਮੈਂ ਇੰਨੇ ਚੰਗੇ ਕੰਮ ਕਰ ਲਏ, ਮੈਂ ਐਂ ਹੋ ਗਿਆ। ਇਹ ਨਹੀਂ। ਰੱਖ ਗਰੀਬੀ ਵੇਸ। ਸ਼ਾਂਤੀ ਦੇ ਨਾਲ ਜਿਹੜਾ ਹੈ ਅੰਦਰੋਂ ਨਿਮਰਤਾ ਵਾਲਾ ਸੁਭਾਅ ਪੈਦਾ ਕਰੋ ਭਾਈ। ਭਾਓ ਕਰਮ ਕਰ ਜਮ ਸੀ। ਭਾਓ ਪ੍ਰੇਮ ਰੂਪੀ ਕਰਮ। ਖੇਤ ਦੇ ਵਿੱਚ ਜੇ ਪ੍ਰੇਮ ਹੋਊਗਾ ਤਾਂ ਫਸਲ ਵਧੀਆ ਹੋਊਗੀ। ਜੇ ਉਹੀ ਤੱਤ ਪੜਤ ਜਿਹਾ ਕੰਮ ਕਰਤਾ, ਉਹੀ ਬੀਜ ਆ ਸੜਤਾ, ਨਾ ਖੇਤ ਗਿਆ, ਨਾ ਵਾਸਤਾ, ਨਾ ਦੇਖਿਆ, ਨਾ ਉਹੋ ਜਿਹੀ ਫਸਲ ਹੋਏਗੀ। ਜੇ ਪ੍ਰੇਮ ਦੇ ਨਾਲ ਅਸੀਂ ਫਸਲ ਬੀਜਾਂਗੇ ਸੋਹਣੀ ਹੋਏਗੀ। ਇਸੇ ਤਰ੍ਹਾਂ ਸਰੀਰ ਰੂਪੀ ਖੇਤ ਦੇ ਵਿੱਚ ਪ੍ਰੇਮ ਦੇ ਨਾਲ ਚੰਗੀ ਫਸਲ ਬੀਜੋ। ਭਾਓ ਕਰਮ ਕਰ ਜੰਮ ਸੀ। ਇਹ ਪ੍ਰੇਮ ਦੇ ਕਰਮ ਆ ਜਿਹੜੇ ਇਹ ਜੰਮਣਗੇ। ਸੇ ਘਰ ਭਾਗਠ ਦੇਖ। ਉਸ
ਉਸ घर ਦੇ ਵਿੱਚ ਚੰਗੀ ਫਸਲ ਆ ਜਾਵੇਗੀ, ਭਾਵ ਕੇ ਭਾਗ ਚੰਗੇ ਹੋ ਜਾਣਗੇ। ਇਸੇ ਤਰ੍ਹਾਂ ਜਿਹੜਾ ਆਪਣੇ ਸਰੀਰ ਰੂਪੀ ਖੇਤ ਦੇ ਵਿੱਚ ਚੰਗੀ ਫਸਲ ਬੀਜੇਗਾ ਉਹਦੇ ਔਗਣ ਖਤਮ ਹੋ ਜਾਣਗੇ ਤੇ ਗੁਣਾ ਰੂਪੀ ਫਸਲ ਘਰ ਦੇ ਵਿੱਚ ਆ ਜਾਵੇਗੀ ਤੇ ਭਾਗ ਖੁੱਲ ਜਾਣਗੇ ਜੀ। ਹੁਣ ਅੱਗੇ ਹੈ ਦੁਕਾਨਦਾਰ ਨੂੰ ਉਪਦੇਸ਼ ਦਿੱਤਾ ਗਿਆ। ਹਾਣ ਹਟ ਕਰ ਆਰਜਾ ਸੱਚ ਨਾਮ ਕਰ ਬਥ। ਦੁਕਾਨਦਾਰ ਵੀਰਾ ਹੱਟੀ ਦੇ ਵਿੱਚ ਸੋਹਣੇ ਭਾਂਡੇ ਸਜਾ ਕੇ ਰੱਖਦੇ ਆ। ਮਹਾਰਾਜ ਸਮਝਾ ਰਹੇ ਹਨ, ਜਿਵੇਂ ਤੂੰ ਦੁਕਾਨ ਦੇ ਵਿੱਚ ਸੋਹਣੇ ਸੋਹਣੇ ਭਾਂਡੇ ਸਜਾ ਕੇ ਰੱਖਦਾ ਨਾ, ਤੇਰੀ ਦੁਕਾਨ ਸੋਹਣੀ ਲੱਗਦੀ ਹੈ, ਇਸੇ ਤਰ੍ਹਾਂ ਤੇਰੇ ਅੰਦਰ ਦੀ ਦੁਕਾਨ ਦੇ ਅੰਦਰ ਵੀ ਸ਼ੁਭ ਗੁਣਾ ਰੂਪੀ ਭਾਂਡੇ ਸਜਾ ਕੇ ਰੱਖੇ ਹੋਣ, ਸੱਚੇ ਭਾਂਡੇ ਹੋਣ, ਚੰਗੇ ਭਾਂਡੇ ਹੋਣ, ਵਧੀਆ ਗੁਣ ਹੋਣ। ਇਸ ਅੰਦਰਲੀ ਦੁਕਾਨ ਨੂੰ ਵੀ ਹੇ ਦੁਕਾਨਦਾਰਾ ਸਜਾ ਕੇ ਰੱਖ ਭਾਈ। ਅੱਗੇ ਹੈ ਸੌਦਾਗਰ। ਸੌਦਾਗਰ ਨੂੰ ਉਪਦੇਸ਼ ਦਿੱਤਾ ਗਿਆ। ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ। ਘੋੜਿਆਂ ਦਾ ਵਪਾਰ ਕਰਦਾ ਨਾ ਭਾਈ ਤੂੰ, ਹਾਂ ਵਧੀਆ ਵਧੀਆ ਘੋੜੇ ਲੈ ਕੇ ਆਉਣਾ ਨਾ, ਮਾੜੇ ਘੋੜੇ ਛੱਡਿਆ ਨਾ। ਹਾਂਜੀ, ਇਸੇ ਤਰ੍ਹਾਂ ਭਾਈ ਆਪਣੇ ਅੰਦਰਲੇ ਵਿਚਾਰਾਂ ਦੇ ਘੋੜਿਆਂ ਦਾ ਵੀ ਵਪਾਰ ਕਰਨਾ ਸ਼ੁਰੂ ਕਰ। ਆਪਣੇ ਅੰਦਰ ਵਧੀਆ ਵਧੀਆ ਵਿਚਾਰਾਂ ਰੂਪੀ ਘੋੜਿਆਂ ਨੂੰ ਲੈ ਕੇ ਜਾ। ਬੁਰੇ ਘੋੜਿਆਂ ਨੂੰ, ਕਮਜ਼ੋਰ ਵਿਚਾਰਾਂ ਨੂੰ, ਕਮਜ਼ੋਰ ਘੋੜਿਆਂ ਨੂੰ ਬਾਹਰ ਕੱਢ ਦੇ। ਸੱਤ ਘੋੜੇ ਲੈ ਚੱਲ। ਝੂਠ ਦੇ ਘੋੜੇ ਤੇਰਾ ਮਨ ਜਿਹੜੇ ਦੜਾਉਂਦਾ, ਜਿਹੜੇ ਹਵਾਈ ਕਿਲੇ ਬਣਾਉਂਦਾ, ਸ਼ੇਖ ਚਿਲੀ ਵਾਲੀਆਂ ਗੱਲਾਂ ਕਰਦਾ, ਇੱਧਰੋਂ ਹਟਾ ਤੇ ਸੱਚ ਦੇ ਘੋੜੇ ਤੇ ਚੜ੍ਹ ਭਾਈ। ਮੁਲਾਜ਼ਮ। ਅੱਗੇ ਮੁਲਾਜ਼ਮ ਨੂੰ ਉਪਦੇਸ਼ ਦਿੱਤਾ ਗਿਆ ਹੈ। ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਹੁਣ ਜਿਹੜਾ ਮੁਲਾਜ਼ਮ ਆ, ਮਾਲਕ ਦੀ ਚਿੱਤ ਲਾ ਕੇ ਚਾਕਰੀ ਕਰਦਾ, ਚਾਅ ਨਾਲ ਨੌਕਰੀ ਚਾਕਰੀ ਕਰਦਾ, ਵਧੀਆ ਮਾਲਕ ਦਾ ਭਲਾ ਸੋਚਦਾ ਤਾਂ ਚੰਗਾ ਲੱਗਦਾ। ਲਾਏ ਚਿੱਤ। ਹੁਣ ਜੇ ਚਿੱਤ ਹੀ ਨਹੀਂ ਲੱਗਦਾ ਉਸ ਨੌਕਰੀ 'ਤੇ, ਜੇ ਉਸ ਚਾਕਰੀ 'ਤੇ ਚਿੱਤ ਹੀ ਨਹੀਂ ਲੱਗਿਆ, ਫਿਰ ਉਹ ਕੰਮ ਨਹੀਂ ਹੋਏਗਾ। ਜਿਹੜੇ ਕੰਮ ਦੇ ਵਿੱਚ ਮਨ ਲੱਗਦਾ, ਜਿਸ ਕੰਮ ਦਾ ਸ਼ੌਕ ਆ ਬੰਦੇ ਨੂੰ, ਉਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ। ਲਾਏ ਚਿੱਤ ਕਰ ਚਾਕਰੀ। ਜਿਵੇਂ ਤੂੰ ਨੌਕਰੀ ਕਰਦਾ ਪੈਸੇ ਦੇ ਵਾਸਤੇ ਭਾਈ, ਇਸ ਤਰ੍ਹਾਂ ਰੱਬ ਦੀ ਨੌਕਰੀ ਕਰੇ ਤੇਰਾ ਮਨ। ਲਾਏ ਚਿੱਤ ਕਰ ਚਾਕਰੀ। ਚਿੱਤ ਲਾ ਕੇ ਚਾਅ ਦੇ ਨਾਲ ਪ੍ਰਮਾਤਮਾ ਦੀ, ਰੱਬ ਦੀ ਨੌਕਰੀ ਕਰੇ। ਮਨ ਨਾਮ, ਸੱਚ ਨੂੰ ਮੰਨੇ ਮਨ, ਕਰ ਕੰਮ। ਆ ਚੰਗੇ ਚੰਗੇ ਕੰਮ ਕਰ ਭਾਈ। ਹੇ ਮੁਲਾਜ਼ਮਾ, ਇੱਧਰਲੇ ਪਾਸੇ ਨੂੰ ਵੀ ਚੱਲ, ਜਿਹੜੀ ਨੌਕਰੀ ਚਾਕਰੀ ਕਰਦਾ ਸੱਚ ਦੀ ਨੌਕਰੀ ਕਰ। ਆਪਣੇ ਅੰਦਰ ਸ਼ੁਭ ਗੁਣਾਂ ਨੂੰ ਲੈ ਕੇ ਆ ਭਾਈ। ਅੱਗੇ ਅਧਿਆਪਕ ਨੂੰ ਉਪਦੇਸ਼ ਹੈ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਜਾਲ ਮੋਹ। ਹੇ ਅਧਿਆਪਕ, ਹੇ ਟੀਚਰ, ਆਪਣਾ ਮੋਹ ਆ, ਜਿਹੜੀ ਪਕੜ ਆ, ਇਹਨੂੰ ਜਾਲ ਦੇ, ਇਹਨੂੰ ਖਤਮ ਕਰ ਦੇ ਤੇ ਆਪਣੇ ਵਿਦਿਆਰਥੀਆਂ ਦਾ ਵੀ ਮੋਹ ਖਤਮ ਕਰ ਦੇ। ਉਹ ਅਕਾਲ ਪੁਰਖ ਪ੍ਰਮਾਤਮਾ ਵਾਲੇ ਪਾਸੇ ਨੂੰ ਮਨ ਲਾ ਦੇ। ਕਸ ਮਸ ਕਰ ਮਤ ਕਾਗਦ ਕਰ ਸਾਰ। ਕਰਨੀ ਕਾਗਦ ਮਨ ਮਸਬਾਣੀ ਬੁਰਾ ਭਲਾ। ਦੋਏ ਲੇਖ ਪਏ ਇਹ ਮੱਤ ਤੇ, ਮੱਤ ਰੂਪੀ ਕਾਗਦ ਤੇ ਸੋਹਣੇ ਲੇਖ ਲਿਖ। ਹੇ ਅਧਿਆਪਕ, ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਇਹੀ ਸਿਖਾ ਕਿ ਆਪਣੇ ਚੰਗੇ ਕਰਮ ਕਰੋ ਤੇ ਆਪਣੇ ਚੰਗੇ ਕਰਮ ਕਰਕੇ ਕਰਮਾਂ ਦਾ ਲੇਖਾ ਸੋਹਣਾ ਬਣਾਓ ਭਾਈ। ਵੈਦ। ਵੈਦ ਨੂੰ ਕੀ ਉਪਦੇਸ਼ ਹੈ? ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹਾਂ। ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ। ਹੇ ਵੈਦ, ਸਰੀਰਕ ਬਿਮਾਰੀਆਂ ਤਾਂ ਤੂੰ ਠੀਕ ਕਰਦਾ, ਚੱਲ ਚੰਗੀ ਗੱਲ ਆ, ਵਧੀਆ ਗੱਲ ਆ, ਪਰ ਜਿਹੜਾ ਅੰਦਰੋਂ ਮਨੁੱਖ ਬਿਮਾਰ ਆ ਨਾ, ਉਹ ਵੈਦਗੀ ਕਰ। ਜੇ ਵੈਦ ਬੁਲਾਇਆ ਜਾਂਦਾ ਤਾਂ ਪਕੜਦਾ ਬਾਂਹ ਨੂੰ ਪਕੜ ਕੇ ਨਬਜ਼ ਨੂੰ ਦੇਖ ਕੇ ਰੋਗ ਨੂੰ ਲੱਭਦਾ। ਪਰ ਜਿਹੜਾ ਅੰਦਰ ਵਿਛੋੜੇ ਦਾ ਰੋਗ ਆ, ਜਿਹੜਾ ਪ੍ਰਮਾਤਮਾ ਤੋਂ ਦੂਰੀ ਦਾ ਰੋਗ ਆ, ਉਹ ਸਮਝ ਭਾਈ। ਭੋਲਾ ਵੈਦ ਨਾ ਜਾਣਈ, ਸਿਆਣਾ ਵੈਦ ਬਣ।
ਭੋਲਾ ਵੈਦ ਨਾ ਬਣਿਆ ਰਹੀਂ, ਕਿਤੇ ਬਾਹਰੋਂ ਹੀ ਬਾਹਰਲੇ ਸਰੀਰ ਤੱਕ ਹੀ ਸੀਮਤ ਰਹੇ। ਕਰਕ ਕਲੇਜੇ ਮਾਹੇ, ਜਿਹੜਾ ਆ ਕਾਲਜੇ ਦੇ ਵਿੱਚ ਦਰਦ ਹੋ ਰਿਹਾ, ਅੰਦਰਲਾ ਦਰਦ ਹੈ, ਵਿਛੋੜੇ ਦਾ ਦਰਦ ਹੈ, ਹੇ ਵੈਦ ਇਹਨੂੰ ਵੀ ਸਮਝੀ, ਇਹਨੂੰ ਵੀ ਖਤਮ ਕਰੀ ਭਾਈ। ਕਾਜੀ ਨੂੰ ਉਪਦੇਸ਼ ਹੈ ਅੱਗੇ, ਕਾਜੀ ਸੋ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਕਾਜੀ ਉਹ ਹੁੰਦਾ ਭਾਈ ਜਿਹੜਾ ਦੁਨੀਆਦਾਰੀ ਵਾਲੇ ਪਾਸਿਓਂ ਆਪਣੀ ਮਤ ਨੂੰ ਉਲਟਾ ਕੇ ਸੱਚ ਵਾਲੇ ਪਾਸੇ ਲਾ ਦੇਵੇ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੇ ਨਾਲ ਜੀਵਤ ਮਰੈ, ਜਿਉਂਦਾ ਹੀ ਬੁਰੇ ਕੰਮਾਂ ਵਾਲੇ ਪਾਸਿਓਂ, ਮਾਇਆ ਵਾਲੇ ਪਾਸਿਓਂ, ਬੁਰਾਈਆਂ ਵਾਲੇ ਪਾਸਿਓਂ, ਔਗਣਾਂ ਵਾਲੇ ਪਾਸਿਓਂ ਮਰ ਜਾਵੇ। ਉਹਨੂੰ ਕਾਜੀ ਕਿਹਾ ਜਾ ਸਕਦਾ ਭਾਈ ਜਿਹੜਾ ਬੁਰੇ ਕੰਮਾਂ ਵਾਲੇ ਪਾਸਿਓਂ ਮਰ ਕੇ ਖਤਮ ਹੋ ਕੇ ਚੰਗੇ ਕੰਮਾਂ ਵਾਲੇ ਪਾਸੇ ਲੱਗ ਜਾਵੇ। ਇੱਕ ਮੁਸਲਮਾਨ ਵੀਰ ਨੂੰ ਉਪਦੇਸ਼ ਦਿੱਤਾ ਗਿਆ ਗੁਰਬਾਣੀ ਦੇ ਵਿੱਚ। ਨਵਾਜ਼ਾਂ ਕਰਦੇ ਆ ਵੀਰ, 5 ਨਵਾਜੀ ਹੁੰਦੇ ਆ ਮੁਸਲਮਾਨ ਵੀਰ। ਨਵਾਜ਼ਾਂ ਬਾਰੇ ਸਮਝਾਇਆ ਗਿਆ ਗੁਰਬਾਣੀ ਦੇ ਵਿੱਚ। 5 ਨਵਾਜ਼ਾਂ ਬਖਤ 5, 5 ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੈ, ਤਾਂ ਮੁਸਲਮਾਨ ਸਦਾਏ। 5 ਨਵਾਜ਼ਾਂ, 5 ਨਵਾਜ਼ਾਂ ਜਿਹੜੀਆਂ ਬਾਹਰੋਂ ਕਰਨੀਆਂ, ਇੱਕ ਮਨ ਕਰਦਾ। ਲਓ ਭਾਈ ਸਾਰੇ ਹੀ ਮਨੋਂ ਮੁਸਲਮਾਨ ਹੋ ਕੇ 5 ਨਵਾਜ਼ਾਂ ਕਰੀਏ। ਪਰ 5 ਨਵਾਜ਼ਾਂ ਉਹ ਅੰਦਰ ਲਈਆਂ, ਕਿਹੜੀਆਂ ਭਾਈ? 5 ਨਵਾਜ਼ਾਂ ਵਕਤ 5, 5 ਨਾਉ, 5 ਨਵਾਜ਼ਾਂ ਦੇ 8 ਵੱਖ ਨਾਉ ਹਨ। ਪਹਿਲਾ ਸੱਚ, ਪਹਿਲੀ ਨਵਾਜ਼ ਹੈ ਸੱਚ ਦੇ ਨਾਲ ਜੁੜਨਾ। ਹਲਾਲ ਦੋਏ, ਹੱਕ ਹਲਾਲ ਦਾ ਖਾਣਾ, ਕਰਕੇ ਖਾਣਾ, ਧੋਖੇ ਠੱਗੀ ਨਹੀਂ ਕਰਨੀ, ਇਹ ਦੂਜੀ ਨਵਾਜ਼ ਆ ਭਾਈ। ਤੀਜਾ ਖੈਰ ਖੁਦਾਏ, ਤੀਜਾ ਉਹ ਖੁਦਾ ਤੋਂ ਸਭ ਦੀ ਖੈਰ ਮੰਗਣੀ, ਸਭ ਦੀ ਸੁੱਖ ਮੰਗਣੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੀਜਾ ਖੁਦਾ ਤੋਂ ਸਾਰਿਆਂ ਦੀ ਖੈਰ ਮੰਗਣੀ, ਇਹ ਤੀਜੀ ਨਵਾਜ਼ ਆ ਮਨ ਦੀ ਭਾਈ। ਚੌਥੀ ਨੀਅਤ ਰਾਸ ਮਨ, ਚੌਥੀ ਨਵਾਜ਼ ਹੈ ਨੀਅਤ ਚੰਗੀ ਹੋਵੇ। ਨੀਤਾਂ ਨੂੰ ਮੁਰਾਦਾਂ ਜਿਹੋ ਜਿਹੀ ਨੀਤ ਹੋਊਗੀ ਨਾ, ਉਹੋ ਜਿਹਾ ਹੀ ਮਨੁੱਖ ਦਾ ਆਲਾ ਦੁਆਲਾ ਬਣੂਗਾ, ਉਹੋ ਜਿਹਾ ਹੀ ਉਹਦਾ ਗਾਂਹ ਕਾਰੋਬਾਰ ਹੋਵੇਗਾ। ਚੰਗੀ ਨੀਤ ਵਾਲੇ ਚੰਗੀਆਂ ਮੁਰਾਦਾਂ ਪਾਉਂਦੇ ਆ ਅਤੇ ਮਾੜੀ ਨੀਤ ਵਾਲੇ ਹੁੰਦੇ ਸੁਣਦੇ ਵੀ ਦੁਖੀ ਹੀ ਰਹਿੰਦੇ ਹਨ। ਚੌਥੀ ਨਵਾਜ਼ ਹੈ ਨੀਅਤ ਰਾਸ ਮਨ, ਮਨ ਆਪਣੀ ਨੀਅਤ, ਮਨੁੱਖ ਆਪਣੀ ਨੀਅਤ ਰਾਸ ਕਰੇ, ਚੰਗੀ ਬਣਾਵੇ। ਪੰਜਵੀਂ ਸਿਫਤ ਸੁਨਾਏ, ਪੰਜਵੀਂ ਨਵਾਜ਼ ਕੀ ਹੈ? ਉਹ ਪ੍ਰਮਾਤਮਾ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ। ਕਰਨੀ ਕਲਮਾ ਆਖ ਕੈ, ਅਤੇ ਫਿਰ ਕਲਮਾ ਵੀ ਪੜ੍ਹਿਆ ਜਾਂਦਾ ਮੁਸਲਮਾਨ ਧਰਮ ਦੇ ਵਿੱਚ। ਚੰਗੀ ਕਰਨੀ, ਚੰਗੇ ਕੰਮ ਕਰਨੇ, ਇਹ ਕਲਮਾ ਹੋਵੇ ਤਾਂ ਮੁਸਲਮਾਨ ਸਦਾਏ, ਤਾਂ ਭਾਈ ਸੱਚਾ ਮੁਸਲਮਾਨ ਸਦਾਇਆ ਜਾ ਸਕਦਾ ਹੈ। ਜਾਂ ਇਹ ਵੀ ਸਮਝਾਇਆ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ। ਮੁਸਲਮਾਨ ਆ ਜਿਹੜਾ ਕੱਟੜ ਨਾ ਹੋਵੇ ਭਾਈ, ਚੰਗਾ ਸਾਰਿਆਂ ਦਾ ਭਲਾ ਕਰਨ ਵਾਲਾ ਹੋਵੇ, ਅੰਦਰ ਦੀ ਮੈਲ ਨੂੰ ਦਿਲ ਤੋਂ ਧੋ ਦੇਵੇ। ਫਿਰ ਅੱਗੇ ਹੈ ਜੋਗੀ। ਜੋਗੀ ਨੂੰ ਕੀ ਉਪਦੇਸ਼ ਕਰ ਰਹੀ ਹੈ ਗੁਰਬਾਣੀ? ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਹੇ ਜੋਗੀ, ਜਿਹੜੀਆਂ ਤੂੰ ਮੁੰਦਰਾਂ ਪਾਈਆਂ ਹੋਈਆਂ ਕੰਨਾਂ ਦੇ ਵਿੱਚ, ਇਹ ਹੁਣ ਸੰਤੋਖ ਦੀਆਂ ਪਾਈਆਂ ਹੋਈਆਂ। ਮਨ ਜੋਗੀ ਕਿਵੇਂ ਹੁੰਦਾ? ਜਦੋਂ ਮਨ ਨੂੰ ਸੰਤੋਖ ਦੀਆਂ ਮੁੰਦਰਾਂ ਪੈ ਜਾਂਦੀਆਂ। ਫਿਰ ਇਹ ਝੋਲੀ ਹੈ ਜਿਹੜੀ, ਇਹ ਮੰਗ ਕੇ ਖਾਣ ਵਾਸਤੇ ਝੋਲੀ ਬਣਾਈ ਹੈ ਇਹ ਜੋਗੀ, ਇਹ ਹੋਵੇ ਮਿਹਨਤ ਦੀ। ਸ਼ਰਮ ਪਤ ਝੋਲੀ, ਪਤ ਇੱਜ਼ਤ ਹੋਵੇ। ਜਿਹੜਾ ਕਿਸੇ ਤੋਂ ਖਾਣਾ, ਕਿਸੇ ਨਾਲ ਠੱਗੀ ਧੋਖਾ ਮਾਰਨਾ, ਮੰਗਣਾ, ਇਹਦੇ ਨਾਲ ਪਤ ਨਹੀਂ ਰਹਿੰਦੀ, ਇੱਜ਼ਤ ਨਹੀਂ ਰਹਿੰਦੀ। ਕਰਕੇ ਖਾਣ ਦੇ ਨਾਲ ਇੱਜ਼ਤ ਰਹਿੰਦੀ ਹੈ।
परमात्मा वाहिगुरू दे घर दे विच, तां ही सानू किरती बनाया। मुंदा संतोख शर्म पत झोली, ध्यान की करੈ विभूत। भाई जिहड़ी तू विभूति मली है कि मैं विभूति क्यों जोगी मलदे आ कि मौत नूं याद रखते हैं हर समय, ते ध्यान वो परमात्मा अकाल पुरख वाहिगुरू दे चरनां दे नाल जोड़ी रख। ये जोगी तो विभूति माल राजे नूं, राजा जिहड़ा है उहदे वास्ते की उपदेश आ। राजे चुड़ी नियाब की, पढ़िया सच ध्यान। राजा होवे तां न्याय करे भाई। जिहड़ा राजा बन गया, जिन्हों राज गद्दी प्राप्त हो गई, जिन्हों माड़ी मोटी कोई पोस्ट प्राप्त हो गई ना, उत्थे फिर अन्याय ना करे। उत्थे ये ना देखे भी मेरी पार्टी का बंदा ते दूजी पार्टी का बंदा ना। राजा जे बनना चंगा, माने राजा बनना तां न्याय करो भाई। पढ़िया सच ध्यान, सच नूं पढ़ो भाई, सच दे ज्ञान नूं पढ़ो ते सच्चे परमात्मा नाल ध्यान जोड़ो, मन राजा बन जावेगा। फिर अखीर दे विच एक सिख नूं की सिक्ख्या दित्ती गई है, गुरमुख नाम दान इशनान, गुर सेवो अर नाम त्यावो। गुरमुख कौन हुंदा? नाम दान इशनान। ਜਿਹੜਾ नाम सच दे नाल सच नूं ही लैंदा, ਜਿਹੜਾ मन सच ਦਾ दान अपने इंद्रियां ज्ञान इंद्रियां नूं दिंदा। मन गुरु तो सच ਦਾ ज्ञान लैके अपने इंद्रियां ज्ञान इंद्रियां नूं दिंदा। मन सच दे विच इशनान करदा, सुनिया मन्निया मन कीता भाओ, अंतरगत तीरथ मल नाओ। ਜਿਹੜਾ इशनान कर लैंदा, गुर सेवो, गुरु दे ज्ञान दा सेवन करो, अर नाम ध्यावो। सारी गुरबाणी दे विच नाम है, नाम दे नाल ध्यान जोड़ो भाई। मेरे मन गुर की सिख सुनीजै, हर का नाम सदा सुख दाता, सहजे हर रस पीजै। हे मेरे मना, इन्ना उपदेश गुरबाणी सारे तबकिਆਂ ਨੂੰ दे रही है, ਉਹ मेरे मना तू क्यों उपदेश नहीं सुनदा। मेरे मन गुर की सिख सुनीजै। उरलियां परलियां सिक्ख्यावां सुननों हट जा, बंदियां दियां सिक्ख्यावां सुननों हट जा, गुरु दी सिख सुनीजै। हर का नाम सदा सुखदाता। मिलेगा कि गुरु तो नाम प्राप्त होवेगा, सुखां दा दाता प्राप्त होवेगा, तेरी भटकना मुक जाएगी, सहज दे विच आ जावेगा। सहजे हर रस पीजा, नाम दे रस नूं पीवेगा मेरे मना। सतगुर ते हर पाईऐ भाई, अंतर नाम निधान है, पूरे सतगुर दिया दिखाई। सतगुरु तो हरि परमात्मा की प्राप्ति हुंदी है, नाम का खजाना मनुख दे अंदर आ। सतगुरु सच्चे पातशाह जदों मनुख सतगुरां दे नाल जुड़ जांदा ते सतगुरु ਉਹ खजाना दिखा दिंदे हन। जिन्नी पुरखी सतगुर ना सेवियो, से दुखीए जुग चार। ते ਜਿਹੜੇ सतगुरु दे नेड़े ही नहीं आए, सतगुरु दे ज्ञान का सेवन ही नहीं किया, वो चारां जुगां दे विच दुखी ही रहे आ ते दुखी ही रहणगे जी। बाजों गुरु अचेत है, सब बद्धी जमकाल, नानक गुरमत उबरे, सच्चा नाम संभाल। सच्चे नाम नाल जुड़ पाई, बाजों गुरु अचेत है। गुरु तो बिना चेतना नहीं आ सकती, गुरु तो बिना अंधार ही अंधेर ही रहिंदा, हनेरा ही रहिंदा अंदर। गुर बिन घोर अंधार, गुरु बिन समझ ना आवे, गुर बिन सुरत ना सिद्ध, गुरु बिन मुक्त ना पावे। गुरु तो बिना मुक्ति नहीं प्राप्त हुंदी भाई। इस करके गुरु दे नाल जुड़ना बहुत ही जरूरी है। ये मन हर जी ध्याए तू, एक मन एक चित भाए, हर किया सदा सदा बड़ियाइयां, दे ना पछोताए। ए मेरे मना,
ਤੂੰ ਹਰੀ ਪਰਮਾਤਮਾ ਨਾਲ ਜੁੜ ਵਾਹਿਗੁਰੂ ਦੇ ਨਾਲ ਜੁੜ ਤੇ ਉਹ ਤੋਂ ਦਾਤਾਂ ਪ੍ਰਾਪਤ ਹੋਣਗੀਆਂ। ਜਿਹੜੀ ਵੀ ਪਰਮਾਤਮਾ ਤੋਂ ਦਾਤ ਪ੍ਰਾਪਤ ਹੋਗੀ ਉਹ ਦਾਤ ਮੁੜ ਕੇ ਜਾਣੀ ਨਹੀਂ ਭਾਈ, ਮੁੜ ਕੇ ਤੇਤੋਂ ਕੋਈ ਖਤਮ ਨਹੀਂ ਕਰ ਸਕਦਾ। ਇਸ ਕਰਕੇ ਭਾਈ ਤੂੰ ਗੁਰੂ ਦੇ ਨਾਲ ਜੁੜ ਕੇ ਇਹ ਅੰਦਰਲੀਆਂ ਦਾਤਾਂ ਪ੍ਰਾਪਤ ਕਰ, ਉਦਮੀ ਬਣਿਆ ਕਰ, ਐਵੇਂ ਸੁਸਤੀਆਂ ਨਾ ਪਾ ਕੇ ਬਹਿ ਜਾ ਕਰ। ਮਹਾਰਾਜ ਦੀ ਬਾਣੀ ਸਮਝਾਉਂਦੀ ਆ, ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰ ਭਾਈ, ਉਦਮੀ ਬਣ, ਅੰਮ੍ਰਿਤ ਵੇਲੇ ਉੱਠਿਆ ਕਰ, ਬਹੁਤੀ ਸੁਸਤੀ ਨਾ ਪਾਇਆ ਕਰ, ਚੜ੍ਹਦੀ ਕਲਾ ਵਿੱਚ ਰਿਹਾ ਕਰ। ਉਦਮ ਕਰਿੰਦਿਆਂ ਜੀਓ ਤੂੰ, ਤੇਰੇ ਜਿਉਣ ਵਾਸਤੇ ਉਦਮ ਜ਼ਰੂਰੀ ਆ। ਕਮਾਈ ਕਰ, ਕਮਾਵਦਿਆਂ ਸੁਖ ਪੁੰਚ, ਬਾਹਰਲੇ ਸੁੱਖ ਪ੍ਰਾਪਤ ਹੋਣਗੇ ਜੇ ਤੂੰ ਕਮਾਈ ਕਰੇਂਗਾ, 4 ਪੈਸੇ ਕਮਾਏਂਗਾ। ਪਰ ਨਾਲ ਦੀ ਨਾਲ ਗੱਲ ਧਿਆਨ 'ਚ ਰੱਖੀ ਕਿ ਧਿਆਏਂਦਿਆਂ ਤੂੰ ਪ੍ਰਭੂ ਮਿਲ, ਪ੍ਰਭੂ ਦੇ ਨਾਲ ਵੀ ਧਿਆਨ ਜੋੜੀ ਰੱਖੀ। ਕੱਲਾ ਕਮਾਈਆਂ ਦੇ ਵਿੱਚ ਹੀ ਨਾ ਫਸ ਜੀ, ਕੱਲੀਆਂ ਮਾਇਆ ਦੇ ਵਿੱਚ ਹੀ ਨਾ ਫਸ ਜੀ ਕੱਲਾ, ਤੇ ਪ੍ਰਭੂ ਦੇ ਵੱਲ ਵੀ ਧਿਆਨ ਜੋੜ ਕੇ ਰੱਖੀ। ਨਾਨਕ ਉਤਰੀ ਚਿੰਤ, ਤੇ ਤੇਰੀਆਂ ਚਿੰਤਾਵਾਂ ਸਾਰੀਆਂ ਉਤਰ ਜਾਣਗੀਆਂ। ਤੇ ਅੱਗੇ ਵਾਸਤੇ ਵੀ ਕੁਝ ਨਾ ਕੁਝ ਕਰ ਮੇਰੇ ਮਨਾ, ਆਗੇ ਕੋ ਕਿਛ ਤੋਹਲਾ ਬਾਧੋ, ਕਿਆ ਪਰਵਾਸਾ ਧਨ ਕਾ, ਕਹਾਂ ਬਿਸਾਸਾ ਇਸ ਭਾਂਡੇ ਕਾ, ਇਤਨਾ ਕ ਲਾਗੇ ਠਨਕਾ। ਇਸ ਕਰਕੇ ਮੇਰੇ ਮਨਾ ਅੱਗੇ ਵਾਸਤੇ ਵੀ ਕੁਝ ਨਾ ਕੁਝ ਬੰਨ, ਅੱਗੇ ਵਾਸਤੇ ਵੀ ਕੁਝ ਨਾ ਕੁਝ ਕਮਾਈ ਕਰ। ਕਿਆ ਪਰਵਾਸਾ ਧਨ ਕਾ, ਇਸ ਧਨ ਦਾ ਕੋਈ ਪਰਵਾਸਾ ਨਹੀਂ, ਕਦੋਂ ਆਇਆ ਤੇ ਕਦੋਂ ਚਲਿਆ ਗਿਆ। ਇਸ ਕਰਕੇ ਚੰਗੇ ਕਰਮਾਂ ਦਾ ਧਨ ਵੀ ਜਿਹੜਾ ਇਕੱਠਾ ਕਰ, ਜੋ ਬੀਜੇਗਾ ਉਹੀ ਵੱਢੇਗਾ। ਜੇ ਅੱਜ ਚੰਗੇ ਕਰਮ ਕਰੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਚੰਗਾ ਪ੍ਰਾਪਤ ਹੋਵੇਗਾ। ਜੇ ਤੂੰ ਬੁਰੇ ਕਰਮ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਬੁਰਾਈਆਂ ਦਾ ਸਾਹਮਣਾ, ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ। ਲੋੜੇ ਦਾਖ ਬਿਜੋਰੀਆ, ਕਿੱਕਰ ਬੀਜੈ ਜੱਟ, ਹੰਡੈ ਉਨਕ ਤਾਇਂਦਾ, ਪੈਂਦਾ ਲੋੜੈ ਪੱਟ। ਬਾਬਾ ਫਰੀਦ ਜੀ ਸਮਝਾ ਰਹੇ ਹਨ, ਫਰੀਦਾ ਲੋੜੈ ਦਾਖ ਬਿਜੋਰੀਆਂ, ਬਿਜੋਰ ਦੀਆਂ ਦਾਖਾਂ ਮਸ਼ਹੂਰ ਆ ਭਾਈ। ਬੰਦਾ ਭਾਲਦਾ ਤਾਂ ਉਹ ਆ ਕਿੱਕਰ ਬੀਜੈ ਜੱਟ, ਪਰ ਬੀਜ ਬੀਜਦਾ ਕਿੱਕਰਾਂ ਦੇ। ਕਰਮ ਕਰਦਾ ਮਨੁੱਖ ਮਾੜੇ ਤੇ ਭਾਲਦਾ ਸੌਖਾ, ਇਹ ਨਹੀਂ ਹੋ ਸਕਦਾ ਭਾਈ। ਹੰਡੈ ਉੱਨ ਕਤਾਇਂਦਾ, ਕੱਤਦਾ ਤਾਂ ਉੱਨ ਆ, ਪੈਂਦਾ ਲੋੜਾ ਪੱਟ, ਭਾਲਦਾ ਰੇਸ਼ਮ, ਇਹ ਨਹੀਂ ਹੋ ਸਕਦਾ ਭਾਈ। ਜੋ ਬੀਜੇਗਾ ਮਨੁੱਖ ਉਹੀ ਇਹਨੂੰ ਵੱਢਣਾ ਪਵੇਗਾ ਭਾਈ। ਇਸ ਕਰਕੇ ਬੀਜਣ ਵੇਲੇ ਹੀ ਅਸੀਂ ਧਿਆਨ ਰੱਖਣਾ, ਗੁਰੂ ਦੇ ਨਾਲ ਜੁੜ ਕੇ ਬੀਜ ਦੇ ਬੀਜ ਪਾਉਣੇ ਆ, ਇਹ ਕਰਮ ਕਰਨੇ ਆ। ਤੇ ਪੇਈੜੈ ਸੋ ਸੇਵ ਤੂੰ, ਸੋਹਰੜੈ ਸੁਖ ਬਸ, ਗੁਰ ਮਿਲ ਚੱਜ ਅਚਾਰ, ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਇਸ ਸਮੇਂ ਦੇ ਵਿੱਚ ਗੁਰੂ ਦੇ ਨਾਲ ਜੁੜ ਕੇ ਭਾਈ ਤੂੰ ਚੰਗੇ ਕੰਮ ਸਿੱਖ ਤੇ ਚੰਗੇ ਕਰਮ ਕਰਕੇ ਉਹ ਪ੍ਰਮਾਤਮਾ ਦੇ ਨੇੜੇ ਹੋ। ਨਾਮ ਦੇ ਨਾਲ ਜੁੜ ਭਾਈ। ਨਾਮ ਦਾ ਦਰਖਤ, ਨਾਮ ਦਾ ਬੀਜ ਐਸਾ ਬੀਜ ਹੈ ਜਿਹੜਾ ਹਰ ਸਮੇਂ ਫਲ ਦਿੰਦਾ ਰਹਿੰਦਾ ਹੈ। ਕਬੀਰ ਐਸਾ ਬੀਜ ਬੋਏ, 12 ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ। ਨਾਮ ਦਾ ਦਰਖਤ ਐਸਾ ਹੈ ਜਿਹਦੇ ਅੰਦਰ ਨਾਮ ਹੈ, ਉਹ 12 ਮਾਸ 12 ਮਹੀਨੇ ਹੀ ਫਲ ਦਿੰਦਾ ਰਹਿੰਦਾ ਹੈ। ਨਾਮ ਦਾ ਦਰਖਤ, ਇਹਦੀ ਛਾਇਆ ਸੀਤਲ ਛਾਇਆ, ਠੰਡੀ ਛਾਂ ਹੈ। ਗਹਿਰ ਫਲ ਬੜੀ ਗੰਭੀਰਤਾ ਦਾ ਪ੍ਰਾਪਤ ਹੁੰਦਾ ਹੈ। ਪੰਖੀ ਕੇਲ ਕਰੰਤ, ਤੇ ਪੰਛੀ ਆਨੰਦ ਦੇ ਨਾਲ ਇੰਦਰੇ ਗਿਆਨ ਇੰਦਰੇ ਕੇਲਾਂ ਕਰਦੇ ਹਨ ਨਾਮ ਰੂਪੀ ਦਰਖਤ ਦੇ ਉੱਪਰ। ਨਾਮ ਜਿਹੜਾ ਨਾਮ ਦੇ ਨਾਲ ਸਰੀਰ ਜੁੜ ਜਾਂਦੇ ਹਨ। ਫਰੀਦਾ ਕਾਲੇ ਮਹਿੰਦੇ ਕੱਪੜੇ, ਕਾਲਾ ਮਹਿੰਦਾ ਬੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹਿ ਦਰਵੇਸ। ਆਪਣੇ ਅੰਦਰ ਇੰਨੀ ਨਿਮਰਤਾ ਲਿਆ, ਆਪਣੇ ਅੰਦਰ ਨੂੰ ਦੇਖ। ਬਾਹਰੋਂ ਤਾਂ ਬਹੁਤ ਸੌਖਾ, ਘੰਟੇ ਦੇ ਵਿੱਚ ਹੀ ਧਰਮੀ ਬਣਿਆ ਜਾ ਸਕਦਾ ਭਾਈ, ਪਰ ਅੰਦਰੋਂ ਸਾਰੀ ਉਮਰ ਵੀ ਲੱਗ ਸਕਦੀ ਹੈ, ਇੱਕ ਜੀਵਨ ਵੀ ਥੋੜਾ। ਫਰੀਦਾ ਕਾਲੇ ਮਹਿੰਦੇ ਕੱਪੜੇ, ਮੇਰੇ ਤਾਂ ਕੱਪੜੇ ਵੀ ਕਾਲੇ ਆ।
ਕਾਲਾ ਮੈਂਡਾ ਵੇਸ, ਮੈਂ ਅੰਦਰੋਂ ਵੀ ਕਾਲਾ ਹਾਂ, ਮੇਰਾ ਵੇਸ ਵੀ ਕਾਲਾ ਹੈ। ਗੁਣ ਹੀ ਭਰਿਆ ਮੈਂ ਫਿਰਾਂ, ਮੈਂ ਗੁਨਾਹਾਂ ਦੇ ਨਾਲ ਭਰਿਆ ਫਿਰਦਾ ਹਾਂ। ਪਰ ਕਮਾਲ ਦੀ ਗੱਲ ਆ, ਲੋਕ ਮੇਰੇ ਬਾਹਰਲਾ ਵੇਸ ਦੇਖ ਕੇ ਦਰਵੇਸ਼ ਸਮਝ ਰਹੇ ਹਨ। ਇਹ ਹੈ ਸੱਚੇ ਭਗਤ ਦੀ, ਸੱਚੇ ਗੁਰਮੁਖ ਦੀ ਗੱਲ, ਕਿ ਆਪਣੇ ਅੰਦਰ ਦੀ ਗੱਲ ਨੂੰ ਸੱਚ ਦੱਸ ਦੇਣਾ। ਤੇ ਜਿਹੜਾ ਗੁਰਮੁਖ ਬਣ ਗਿਆ ਉਹ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿਹੜਾ ਮਨਮੁਖ ਆ ਉਹ ਇੱਥੇ ਵੀ ਦੁੱਖ ਭੋਗਦਾ ਤੇ ਅੱਗੇ ਵੀ ਦੁੱਖ ਭੋਗਦਾ ਹੈ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾਰੇ। ਜਿੰਨੇ ਵੀ ਦੁਨੀਆ ਦੇ ਨਰਕ ਆ ਨਾ, ਉਹ ਮਨਮੁਖ ਭੋਗਦਾ, ਜਿਉਂਦਾ ਵੀ ਭੋਗਦਾ, ਬਾਅਦ ਚ ਦੇ ਵਿੱਚ ਵੀ ਭੋਗਦਾ, ਨਰਕਾਂ ਦੇ ਵਿੱਚ ਹੀ ਪਿਆ ਰਹਿੰਦਾ। ਕੌਣ? ਮਨਮੁਖ, ਜਿਹੜਾ ਗੁਰਮੁਖ ਨਾ ਬਣਿਆ, ਜਿਹੜਾ ਗੁਰੂ ਨਾਲ ਨਾ ਜੁੜਿਆ। ਤੇ ਗੁਰਮੁਖ ਲੇਪ ਨਾ ਮਾਸਾਰੇ, ਗੁਰਮੁਖ ਨੂੰ ਨਰਕਾਂ ਦੇ ਨੇੜੇ ਵੀ ਨਹੀਂ ਜਾਣਾ ਪੈਂਦਾ। ਤੇ ਜਿਹੜਾ ਹੈਗਾ ਮਨਮੁਖ, ਉਹ ਜਿਹੜਾ ਹੈ ਨਰਕਾਂ ਨੂੰ ਭੋਗਦਾ ਰਹਿੰਦਾ ਹੈ। ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨ ਸਤਿਗੁਰ ਪਾਸ। ਜਿਨ੍ਹਾਂ ਦੇ ਚਿੱਤ ਹਉਮੈ ਦੇ ਵਿੱਚ ਆ, ਜਿਨ੍ਹਾਂ ਦੇ ਚਿੱਤ ਕਠੋਰ ਆ, ਉਹ ਸਤਿਗੁਰੂ ਦੇ ਪਾਸ ਨਹੀਂ ਬਹਿ ਸਕਦੇ, ਸਤਿਗੁਰੂ ਦੀ ਸਿੱਖਿਆ ਨਹੀਂ ਲੈ ਸਕਦੇ। ਉਹਨਾਂ ਨੂੰ ਸਤਿਗੁਰੂ ਦੀ ਸਿੱਖਿਆ ਕੌੜੀ ਲੱਗਣ ਲੱਗ ਜਾਂਦੀ ਹੈ। ਜਿਨ੍ਹਾਂ ਦੇ ਅੰਦਰ ਹਉਮੈ ਦਾ ਬੁਖਾਰ ਹੋਵੇ, ਭਾਵ ਕੋਈ ਚੀਜ਼ ਬਣੀ ਹੋਈ ਹੈ, ਬੁਖਾਰ ਵਾਲੇ ਬੰਦੇ ਨੂੰ ਚੰਗੀ ਨਹੀਂ ਲੱਗਦੀ, ਕਹਿੰਦਾ ਲੈ ਜਾਓ ਪਰੇ, ਚੰਗੀ ਨਹੀਂ ਬਣੀ ਚੀਜ਼। ਨਹੀਂ ਭਾਈ, ਚੀਜ਼ ਬਹੁਤ ਵਧੀਆ, ਫਾਇਦੇ ਵਾਲੀ ਆ, ਚੰਗੀ ਆ, ਪਰ ਤੈਨੂੰ ਅੰਦਰੋਂ ਬੁਖਾਰ ਕਰਕੇ ਚੰਗੀ ਨਹੀਂ ਲੱਗ ਰਹੀ। ਇਸੇ ਤਰ੍ਹਾਂ ਜਿਨ੍ਹਾਂ ਨੂੰ ਹਉਮੈ ਦਾ ਬੁਖਾਰ ਹੋ ਜਾਂਦਾ, ਉਹਨਾਂ ਨੂੰ ਇਹ ਗੁਰਬਾਣੀ ਦੀ ਵਿਚਾਰ ਆ ਜਿਹੜੀ, ਇਹ ਚੰਗੀ ਨਹੀਂ ਲੱਗਦੀ ਭਾਈ। ਇਸ ਕਰਕੇ ਕਿਹਾ, ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ। ਉਹ ਸਤਿਗੁਰੂ ਦੇ ਪਾਸ ਬੈਠ ਹੀ ਨਹੀਂ ਸਕਦੇ। ਤੇ ਜਿਹੜੇ ਬੈਠ ਜਾਂਦੇ ਆ, ਫਿਰ ਉਹ ਕੀ ਪ੍ਰਾਪਤ ਕਰਦੇ ਆ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਇਹ ਕੀ ਹੁੰਦਾ ਸਾਡੇ ਨਾਲ ਜੇ ਅਸੀਂ ਸੱਚ ਦੇ ਨਾਲ ਨਹੀਂ ਜੁੜਦੇ? ਸਾਡੀ ਮਨ ਰੂਪੀ ਚਿਮਨੀ ਮੈਲੀ ਹੋ ਜਾਂਦੀ ਹੈ। ਅੰਦਰ ਤਾਂ ਰੌਸ਼ਨੀ ਹੈ, ਜਿਵੇਂ ਪੁਰਾਣੀਆਂ ਲਾਟਣਾ ਹੁੰਦੀਆਂ ਸੀ, ਅੰਦਰੋਂ ਤਾਂ ਜਗੀ ਜਾਂਦੀਆਂ, ਚਿਮਨੀ ਮੈਲੀ ਹੋ ਗਈ, ਬਾਹਰ ਰੌਸ਼ਨੀ ਨਹੀਂ ਜਾ ਰਹੀ। ਹੁਣ ਕੀ ਕਰਨਾ ਪਵੇਗਾ? ਚਿਮਨੀ ਸਾਫ਼ ਕਰਨੀ ਪਵੇਗੀ, ਅੰਦਰੋਂ ਰੌਸ਼ਨੀ ਵੱਧ ਜਾਵੇਗੀ। ਬਸ ਇਸੇ ਤਰ੍ਹਾਂ ਸਾਡੇ ਸਭ ਦੇ ਅੰਦਰ ਸੱਚ ਦਾ ਗਿਆਨ ਆ, ਸੱਚ ਦੀ ਲਾਈਟ ਆ, ਸੱਚ ਦੀ ਰੌਸ਼ਨੀ ਆ। ਪਰ ਜਿਹੜੀ ਇਹ ਚਾਰਾਂ ਅਵਸਥਾਵਾਂ ਵਿੱਚ ਦੀ ਹੋ ਕੇ ਆਵਾਜ਼ ਬਾਹਰ ਨਿਕਲਦੀ ਹੈ, ਉਹ ਜਿਹੜੀ ਮੈਲ ਆ, ਉਹ ਅੰਦਰੋਂ ਤਾਂ ਪਰਾ ਬਾਣੀ ਤਾਂ ਸੱਚ ਹੈ, ਪਰਾ ਪਸੰਤੀ ਮਧਮਾ ਤੇ ਬੈਕਰੀ, ਚਾਰ ਬਾਣੀਆਂ ਮੰਨੀਆਂ ਗਈਆਂ ਤੇ ਚਾਰ ਖਾਣੀਆਂ ਮੰਨੀਆਂ ਗਈਆਂ। ਪਰਾ ਬਾਣੀ ਨਾਭੀ ਤੋਂ ਉੱਠੀ, ਪਸੰਤੀ ਹਿਰਦੇ 'ਚ ਆ ਗਈ, ਪਰਾ ਪਸੰਤੀ ਮਧਮਾ ਗਲੇ ਦੇ ਵਿੱਚ ਆ ਗਈ, ਬੈਖੜੀ ਬੋਲ ਦਿੱਤੀ। ਹੁਣ ਅੰਦਰੋਂ ਨਾਭੀ ਦੇ ਵਿੱਚੋਂ ਜੋ ਵਿਚਾਰ ਪੈਦਾ ਹੁੰਦਾ, ਹਰ ਮਨੁੱਖ ਦੇ ਸੱਚਾ ਵਿਚਾਰ ਪੈਦਾ ਹੁੰਦਾ। ਕਈ ਵਾਰੀ ਆਪਾਂ ਕਹਿੰਦੇ ਹਾਂ ਫਲਾਣੇ ਨੂੰ ਯਾਦ ਹੀ ਕੀਤਾ ਸੀ, ਉਹ ਆ ਗਿਆ, ਫਲਾਨੀ ਚੀਜ਼ ਹਲੇ ਚਾਹੀਦੀ ਹੋਈ ਸੀ, ਉਹ ਮਿਲ ਗਈ। ਉਹ ਪਰਾ ਬਾਣੀ ਤੋਂ ਹੁੰਦੀ ਹੈ। ਭਾਵ ਤਿੰਨਾਂ ਅਵਸਥਾਵਾਂ ਵਿੱਚ ਦੀ ਇਹ ਪਰਾ ਬਾਣੀ ਲੰਘਦੀ ਹੈ। ਪਹਿਲਾਂ ਪਰਾ ਬਾਣੀ ਉੱਠੀ, ਇਹ ਸੱਚ ਦੀ ਆਵਾਜ਼ ਆ। ਪਰਾ ਪਸੰਤੀ, ਪਸੰਤੀ ਦੇ ਖਾਨੇ ਦੇ ਵਿੱਚ ਆਈ ਪਰਾ ਬਾਣੀ ਉੱਠ ਕੇ। ਹੁਣ ਪਸੰਤੀ ਦਾ ਖਾਨਾ ਦਿਲ ਦਾ, ਹਿਰਦੇ ਦਾ ਖਾਨਾ। ਦਿਲ ਦੇ ਵਿੱਚ ਬੇਈਮਾਨੀ ਆ ਕਿ ਮਨ ਸਾਫ਼ ਆ, ਦਿਲ ਸਾਫ਼ ਆ, ਇਹਦੇ ਵਿੱਚ ਦੀ ਲੰਘਣੀ ਆ। ਜੇ ਤਾਂ ਸਾਫ਼ ਆ ਤਾਂ ਪਰਾ ਬਾਣੀ ਉਵੇਂ ਹੀ ਸਾਫ਼ ਦੀ ਸਾਫ਼ ਹੀ ਨਿਕਲ ਜਾਣੀ ਹੈ, ਨਹੀਂ ਇੱਥੇ ਆ ਕੇ ਮੈਲੀ ਹੋ ਜਾਂਦੀ ਹੈ। ਪਰਾ ਪਸੰਤੀ ਤੇ ਮਧਮਾ, ਮਧਮਾ ਜਿਹੜਾ ਗਲੇ ਦੇ ਵਿੱਚ ਆਵਾਜ਼ ਆ ਜਾਂਦੀ ਹੈ। ਗਲੇ ਦੇ ਵਿੱਚ ਜਦੋਂ ਆਵਾਜ਼ ਆ ਜਾਂਦੀ ਹੈ, ਕਈਆਂ ਨੂੰ ਆਪਾਂ ਕਹਿੰਦੇ ਆ ਵੀ ਸੁਣਦੇ ਹੀ ਰਹੀਏ। ਮਧਮਾ ਆਵਾਜ਼ ਜਿਹੜਾ ਹੈ, ਜਦੋਂ ਅੰਦਰੋਂ ਆਵਾਜ਼ ਨਿਕਲਦੀ ਹੈ, ਉੱਪਰੋਂ 10ਵੇਂ ਦੁਆਰ ਦੇ ਵਿੱਚੋਂ ਜਦੋਂ ਸੁਰਤ ਜੁੜੀ ਵਾਲਾ ਕੋਈ ਗੱਲਬਾਤ ਕਰਦਾ, ਕੋਈ ਬੋਲਦਾ, ਤਾਂ ਉਹਦੇ ਉੱਪਰ ਜਿਹੜਾ ਰਸ ਪੈਣਾ ਸ਼ੁਰੂ ਹੋ ਜਾਂਦਾ, ਇਹਨੂੰ ਮਧਮਾ ਕਹਿੰਦੇ ਆ। ਤੇ ਬੈਖੜੀ ਬੋਲ ਦੇਣੀ, ਇਹ ਆਵਾਜ਼ ਬੋਲ ਦਿੱਤੀ ਜਾਂਦੀ ਹੈ, ਇਹਨੂੰ ਬੈਖੜੀ ਕਹਿੰਦੇ ਆ। ਚਾਰ ਸਥਾਨਾਂ ਵਿੱਚ ਦੀ ਇਹ ਆਵਾਜ਼ ਨਿਕਲ ਕੇ ਆਉਂਦੀ ਹੈ। ਗੁਰੂ ਦੇ ਗਿਆਨ ਦੇ ਨਾਲ ਇਹ ਸਾਰੇ ਅਸਥਾਨ ਆ ਜਿਹੜੇ, ਇਹ ਸਾਫ਼ ਹੋ ਜਾਂਦੇ ਆ, ਇਹ ਪਵਿੱਤਰ ਹੋ ਜਾਂਦੇ ਆ।
ਤੇ ਫੇਰ ਆ ਜਿਹੜਾ ਮਨੁੱਖ ਸੱਚਾ ਹੋ ਜਾਂਦਾ। ਮਨੁੱਖ ਦੇ ਬੋਲ ਆ ਜਿਹਨੂੰ ਕਹਿ ਲਈਏ ਵੀ ਸੱਚੇ ਹੋਣੇ ਸ਼ੁਰੂ ਹੋ ਜਾਂਦੇ ਹਨ। ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪ੍ਰਗਾਸ, ਕਾਟੀ ਬੇਰੀ ਪਗਹ ਤੇ ਗੁਰ ਕੀਨੀ ਬੰਦ ਖਲਾਸ। ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ ਰਹਾਓ। ਫੂਟੋ ਆਂਡਾ ਭਰਮ ਕਾ, ਆਂਡੇ ਦੇ ਵਿੱਚ ਅਸੀਂ ਰਹਿ ਰਹੇ ਹਾਂ। ਇੱਕ ਆਂਡਾ ਸਾਡਾ ਹਉਮੈ ਦਾ, ਜਿਹਨੂੰ ਆਪਾਂ ਕਹਿ ਲਈਏ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਇਸ ਤਰ੍ਹਾਂ ਸਾਡੀ ਅਵਸਥਾ ਜਿੰਨਾ ਚਿਰ ਅਸੀਂ ਤਿੰਨਾਂ ਗੁਣਾਂ ਦੇ ਵਿੱਚ ਆ ਉਹਨਾਂ ਚਿਰ ਆਂਡੇ ਦੇ ਵਿੱਚ ਆ। ਆਂਡੇ ਦੇ ਵਿੱਚ ਬੱਚਾ ਬਾਹਰਲੀ ਦੁਨੀਆ ਨਹੀਂ ਦੇਖ ਸਕਦਾ। ਜਦੋਂ ਬੱਚਾ ਆਂਡਾ ਤੋੜ ਕੇ ਬਾਹਰ ਨਿਕਲ ਆਉਂਦਾ ਫਿਰ ਉਹ ਬਾਹਰਲੀ ਦੁਨੀਆ ਦੇਖਦਾ। ਇਸੇ ਤਰ੍ਹਾਂ ਸਾਡਾ ਮਨ ਰੂਪੀ ਬੱਚਾ ਤਿੰਨਾਂ ਗੁਣਾਂ ਦੇ ਆਂਡੇ ਦੇ ਵਿੱਚ ਪਿਆ ਰਹਿੰਦਾ। ਜਦੋਂ ਸਤਿਗੁਰੂ ਨਾਲ ਮਿਲਾਪ ਹੁੰਦਾ ਫਿਰ ਇਹ ਆਂਡਾ ਟੁੱਟਦਾ, ਬੱਚਾ ਬਣਦਾ ਤੇ ਬੱਚਾ ਬਾਹਰਲੀ ਦੁਨੀਆ ਨੂੰ ਦੇਖਦਾ। ਫੂਟੋ ਆਂਡਾ ਭਰਮ ਕਾ, ਇਹ ਭਰਮ ਭੁਲੇਖਿਆਂ ਦੇ ਆਂਡੇ ਦੇ ਵਿੱਚ ਮੈਂ ਫਸਿਆ ਹੋਇਆ ਸੀ। ਭਾਵ ਕਿ ਮੈਂ ਆਪਣਾ ਮੇਰਾ ਹੀ ਸਰੀਰ, ਮੇਰਾ ਹੀ ਘਰ, ਮੇਰੇ ਹੀ ਬੱਚੇ, ਬਸ ਇੱਥੇ ਤੱਕ ਹੀ ਸੀਮਤ ਸੀ। ਮੈਂ ਤੋਂ ਤੂੰ ਤਾਂ ਹੋਇਆ ਹੀ ਨਹੀਂ ਸੀ, ਭਲਾਈ ਵਾਲਾ ਕਾਰਜ ਤਾਂ ਕੋਈ ਕੀਤਾ ਹੀ ਨਹੀਂ ਸੀ। ਭਰਮਾਂ ਭੁਲੇਖਿਆਂ ਦੇ ਆਂਡੇ 'ਚ ਫਸਿਆ ਹੋਇਆ ਸੀ। ਮਨਹਿ ਭਇਓ ਪ੍ਰਗਾਸ, ਜਦੋਂ ਆਂਡੇ ਤੋਂ ਬਾਹਰ ਆਇਆ ਤੇ ਬਾਹਰਲੀ ਰੋਸ਼ਨੀ ਦਾ ਪਤਾ ਲੱਗਿਆ, ਪ੍ਰਗਾਸ਼ ਹੋ ਗਿਆ ਮਨ ਦੇ ਵਿੱਚ। ਕਾਟੀ ਬੇਰੀ ਪਗਹ ਤੇ, ਇਹ ਜਿਹੜੀ ਮੇਰੇ ਬੁਰੇ ਅੰਦਰ ਸੀਗੀ ਲੱਗੀ ਹੋਈ, ਇਹ ਸਾਰੀਆਂ ਬੇੜੀਆਂ ਕੱਟੀਆਂ ਗਈਆਂ ਜਿਹੜੀਆਂ ਪੈਰਾਂ 'ਚ ਪਈਆਂ ਹੋਈਆਂ ਸੀ। ਗੁਰ ਕੀਨੀ ਬੰਦ ਖਲਾਸ, ਮੇਰੇ ਗੁਰੂ ਨੇ ਮੇਰੇ ਬੰਧਨ ਕੱਟ ਦਿੱਤੇ, ਮੈਨੂੰ ਖਲਾਸ ਕਰ ਦਿੱਤਾ, ਮੈਨੂੰ ਆਜ਼ਾਦ ਕਰ ਦਿੱਤਾ। ਆਵਣ ਜਾਣ ਰਹਿਓ, ਹੁਣ ਮੇਰਾ ਆਉਣਾ ਜਾਣਾ ਖਤਮ ਹੋ ਗਿਆ। ਲੋਕ ਆ ਜਿਹੜੇ ਨਹੀਂ ਇਹ ਕਾਰਜ ਕਰਦੇ, ਆਪਣ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਐ। ਜਿਹਨੇ ਤਾਂ ਇਹ ਕਾਰਜ ਕਰ ਲਿਆ, ਸਤਿਗੁਰ ਕੈ ਜਨਮੈ ਗਬਨ ਮਟਾਇਆ ਵਾਲਾ ਕਾਰਜ ਕਰ ਲਿਆ, ਨਵਾਂ ਜਨਮ ਬਣਾ ਲਿਆ, ਨਵਾਂ ਜੀਵਨ ਲੈ ਲਿਆ ਗੁਰੂ ਤੋਂ, ਉਹ ਤਾਂ ਠੀਕ ਆ, ਉਹ ਤਾਂ ਆਉਣ ਜਾਣ ਤੋਂ ਰਹਿ ਗਿਆ। ਨਹੀਂ ਤਾਂ ਭਾਈ ਜੰਮਣ ਮਰਨ ਦੇ ਵਿੱਚ ਹੀ ਮਨੁੱਖ ਪਿਆ ਰਹਿੰਦਾ ਹੈ। ਤਪਤ ਕੜਾਹਾ ਬੁਝ ਗਿਆ, ਅੰਦਰ ਬੰਦੇ ਦੇ ਕੜਾਹਾ ਬਲੀ ਜਾਂਦਾ। ਅੱਗ ਵਰਗਾ ਕੜਾਹਾ, ਤੇਲ ਤੱਤਾ ਹੋਇਆ ਪਿਆ, ਅੰਦਰੋਂ ਮਨੁੱਖ ਦੁਖੀ ਆ। ਗੁਰ ਸੀਤਲ ਨਾਮ ਦਿਓ, ਜੇ ਇਹ ਤਪਦੇ ਹੋਏ ਕੜਾਹੇ ਨੂੰ ਬੁਝਾਉਣਾ ਚਾਹੁੰਦੇ ਆ, ਠੰਡਾ ਕਰਨਾ ਚਾਹੁੰਦੇ ਆ, ਤਾਂ ਗੁਰੂ ਤੋਂ ਸੀਤਲ ਨਾਮ ਲਓ ਭਾਈ। ਜਦੋਂ ਗੁਰੂ ਤੋਂ ਆਤਮਿਕ ਗਿਆਨ ਮਿਲਿਆ, ਜਦੋਂ ਗੁਰੂ ਤੋਂ ਬ੍ਰਹਮ ਦਾ ਗਿਆਨ ਮਿਲਿਆ, ਤਾਂ ਇਹ ਜਿਹੜਾ ਸਾਰਾ ਸੀ ਮੇਰਾ ਤਪਦਾ ਕੜਾਹਾ ਇਹ ਬੁਝ ਗਿਆ, ਮੈਨੂੰ ਮੁਕਤੀ ਪ੍ਰਾਪਤ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਮਝਾ ਰਹੇ ਹਨ। ਜੀਵਨ ਮੁਕਤ ਸੋ ਆਖੀ ਹੈ, ਜਿਸ ਵਿੱਚੋਂ ਹਉਮੈ ਜਾਏ। ਜਿਹਦੇ ਅੰਦਰੋਂ ਹਉਮੈ ਚਲੀ ਗਈ ਉਹਨੂੰ ਜੀਵਨ ਮੁਕਤ ਕਿਹਾ ਜਾਂਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਇੱਕ ਥਾਂ ਨਹੀਂ ਬਸ ਸਕਦੇ ਭਾਈ। ਰਹਿੰਦੇ ਰਹਿੰਦੇ ਸਰੀਰ ਦੇ ਵਿੱਚ, ਸਰੀਰਕ ਮੌਤ ਤੋਂ ਪਹਿਲਾਂ ਸਾਨੂੰ ਇਹ ਆਪਣਾ ਕਾਰਜ ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਵਾਲਾ ਕਰ ਲੈਣਾ ਚਾਹੀਦਾ ਹੈ। ਨਹੀਂ ਤਾਂ ਪਤਾ ਨਹੀਂ ਕਦੋਂ ਸੱਦਾ ਪੱਤਰ ਆ ਜਾਣਾ। ਤੇ ਇਹ ਜਿਹੜੀ ਆ ਧਨ ਇਤੇ ਇਹ ਸਰੀਰ ਦਾ ਤੇ ਰੂਹ ਦਾ ਵਾਰਤਾਲਾਪ ਵੀ ਸਮਝਾਇਆ ਗਿਆ। ਝੂਠ ਦੇ ਵਿੱਚ ਫਸੀ ਹੋਈ ਇਹ ਜਿਹੜੀ ਰੂਹ ਆ, ਇਹ ਕਹਿੰਦੀ ਤੂੰ ਮੇਰੇ ਨਾਲ ਰਹਿ ਸਰੀਰ ਨੇ, ਪਰ ਸਰੀਰ ਇੱਕ ਹੁਕਮ ਦੇ ਵਿੱਚ ਆ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਕਿਵੇਂ ਵਾਰਤਾਲਾਪ ਹੁੰਦਾ ਸਰੀਰ ਦਾ ਤੇ ਰੂਹ ਦਾ। ਧਨ ਕਹੈ ਤੂੰ ਬਸ ਮੈਂ ਨਾਲੇ, ਪ੍ਰਿਯ ਸੁਖ ਬਾਸੀ ਬਾਲ ਗੋਪਾਲੇ। ਇਹ ਸਰੀਰ ਕਹਿੰਦਾ ਰੂਹ ਨੂੰ ਤੂੰ ਮੇਰੇ ਨਾਲ ਹੀ ਰਹਿ, ਤੇਰੇ ਬਿਨਾ ਮੈਂ ਕਾਹਦੇ ਜੋਗਾ, ਰੂਹ ਬਿਨਾ ਸਰੀਰ ਕਾਹਦਾ ਫੱਟੇ ਤੇ ਪੈ ਜਾਂਦਾ, ਇਸ ਕਰਕੇ ਮੈਨੂੰ ਛੱਡ ਕੇ ਨਾ ਜਾਈਂ, ਮੈਂ ਸੁੱਖਾਂ ਦੇ ਵਿੱਚ ਬਸ ਰਿਹਾ ਬਾਲ ਗੋਪਾਲਾ। ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਵੀ ਇਹ ਅੰਦਰੋਂ ਹੀ ਹੋਣਾ, ਜਿਉਂਦੇ ਜੀਓ ਹੀ ਹੋਣਾ। ਤੁਝੈ ਬਿਨਾ ਹੋਂ ਕਿਤ ਹੀ ਨਾ ਲੇਖੈ। ਰੂਹ ਤੋਂ ਬਿਨਾ ਸਰੀਰ, ਆਤਮਾ ਤੋਂ ਬਿਨਾ ਸਰੀਰ ਕਾਹਦੇ ਲੇਖੇ ਦੇ ਵਿੱਚ ਆ। ਬਚਨ ਦੇ ਛੋੜ ਨਾ ਜਾਸਾ ਹੈ, ਮੈਨੂੰ ਬਚਨ ਦੇ ਸਰੀਰ ਕਹਿੰਦਾ ਰੂਹ ਨੂੰ, ਮੈਨੂੰ ਛੱਡ ਕੇ ਨਾ ਜਾਈਂ, ਬਸ ਮੈਂ ਸਦਾ ਜਿਉਂਦਾ ਰਹਾ। ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਹੀ ਗੱਲ ਆ ਕਿ ਮੇਰੀ ਮੌਤ ਨਾ ਹੋਵੇ, ਮੇਰੀ ਰੂਹ ਮੇਰੇ ਸਰੀਰ ਨੂੰ ਛੱਡ ਕੇ ਨਾ ਜਾਵੇ। ਸਾਡੀ ਸਭ ਦੀ ਇੱਛਾ ਇਹ ਆ, ਤੇ ਇੱਥੇ ਵੀ ਇਹੀ ਇੱਛਾ ਜ਼ਾਹਰ ਕੀਤੀ ਹੈ। ਤੇ ਅੱਗੋਂ ਫਿਰ ਰੂਹ ਕੀ ਜਵਾਬ ਦਿੰਦਾ, ਆਤਮਾ ਕੀ ਜਵਾਬ ਦਿੰਦਾ ਸਰੀਰ ਨੂੰ। ਪਿਰ ਕਹਿਆ ਹੋ ਹੁਕਮੀ ਬੰਦਾ, ਉਹ ਪਿਰ ਕਹਿੰਦਾ
ਜਿਹੜਾ ਰੂਹ ਆ, ਉਹ ਰੂਹ ਕਹਿੰਦੀ, ਆਤਮਾ ਕਹਿੰਦੀ ਮੈਂ ਹੁਕਮੀ ਬੰਦਾ। ਮੈਂ ਜਿੰਨਾ ਚਿਰ ਤੇਰੇ ਇਸ ਪਿੰਜਰਾ ਮੈਨੂੰ ਬਖਸ਼ ਦਿੱਤਾ ਪ੍ਰਮਾਤਮਾ ਨੇ, ਉਹਨਾਂ ਚਿਰ ਇਸ ਪਿੰਜਰੇ 'ਚ ਰਹਿਣਾ। ਜਿੱਦੇ ਪਿੰਜਰਾ ਟੁੱਟ ਗਿਆ ਮੈਂ ਹੋਰ ਪਿੰਜਰੇ 'ਚ ਮੈਨੂੰ ਹੁਕਮ ਹੋ ਜੂ, ਉੱਥੇ ਚੱਲ ਜਾਣਾ। ਫਿਰ ਕਹਿਆ ਹਾਂ ਹੁਕਮੀ ਬੰਦਾ, ਮੈਂ ਹੁਕਮੀ ਬੰਦਾ ਹਾਂ। ਕੱਲੇ ਆਵੈ ਨਾਨਕਾ, ਨਾਨਕ ਮਹਾਰਾਜ ਕਹਿੰਦੇ ਕੱਲਿਆ ਪ੍ਰਮਾਤਮਾ ਦਾ ਮੈਂ ਆਉਂਦਾ ਹਾਂ ਤੇ ਸੱਦੇ ਉੱਠੀ ਜਾਏ। ਜਿੱਦਾਂ ਸੱਦਾ ਆ ਗਿਆ ਮੇਰਾ ਇੱਕ ਸਕਿੰਟ ਵੀ ਤੇਰੇ ਨਾਲ ਪ੍ਰੇਮ ਨਹੀਂ ਰਹਿਣਾ, ਮੈਂ ਤੈਨੂੰ ਦੱਸ ਵੀ ਨਹੀਂ ਸਕਦਾ, ਤੇ ਮੈਂ ਤਾਂ ਉਡਾਰੀ ਮਾਰ ਜਾਣੀ ਹੈ, ਕਿਉਂਕਿ ਮੈਂ ਹੁਕਮ ਦਾ ਬੱਧਿਆ ਹੋਇਆ। ਉਹ ਭਾਰੋ ਠਾਕਰ ਜਿਸ ਕਾਣ ਨਾ ਛੰਦਾ, ਉਹ ਠਾਕਰ ਮਾਲਕ ਹੈ ਵੀ ਭਾਰਾ, ਉਹਨੂੰ ਕਿਸੇ ਦੀ ਮੁਤਾਜਗੀ ਨਹੀਂ ਹੈ, ਉਹਨੂੰ ਰਿਸ਼ਵਤ ਦੇ ਕੇ ਬਦਲਿਆ ਨਹੀਂ ਜਾ ਸਕਦਾ ਉਹਦੇ ਹੁਕਮ ਨੂੰ। ਉਹ ਬਹੁਤ ਵੱਡਾ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਮੈਂ ਉਹਨੂੰ ਜਵਾਬ ਨਹੀਂ ਦੇ ਸਕਦਾ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸਦੇ ਤਾਂ ਊਠ ਸਦਾ ਸਾਹੇ। ਜਿਚਰ ਰਾਖੈ, ਜਿੰਨਾ ਚਿਰ ਮੈਨੂੰ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ, ਤਿਚਰ ਉਹਨਾਂ ਚਿਰ ਤੁਮ ਸੰਗ ਰਹਿਣਾ। ਹੇ ਸਰੀਰਾ ਪਿਆਰ ਤਾਂ ਗਿਆ ਪੈ, ਕਿਉਂਕਿ 50 ਸਾਲ ਹੋ ਗਏ ਇਕੱਠੇ ਰਹਿੰਦਿਆਂ ਨੂੰ, ਤੇ ਹੁਣ ਸਰੀਰ ਦਾ ਤੇ ਆਤਮਾ ਦਾ ਪਿਆਰ ਪੈ ਗਿਆ। ਤੇ ਪਰ ਜੋ ਰੂਹ ਆ ਆਤਮਾ ਉਹ ਕਹਿ ਰਹੀ ਹੈ ਮੈਂ ਹੁਕਮ ਦੇ ਵਿੱਚ ਹਾਂ। ਜਿੰਨਾ ਚਿਰ ਮੈਨੂੰ ਹੁਕਮ ਹੈ ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾ ਹੈ। ਜਦੋਂ ਸਾਦਾ ਆ ਗਿਆ ਤੇ ਮੈਨੂੰ ਜਾਣਾ ਪੈਣਾ, ਇਸ ਕਰਕੇ ਅੰਤ ਸਭ ਦਾ ਹੋ ਜਾਣਾ ਭਾਈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜੀਵਨ ਬਤੀਤ ਸਭ ਨੇ ਕਰਕੇ ਜਾਣਾ, ਮਨਮੁਖ ਨੇ ਦਿਨ ਕਟੀ ਕਰਕੇ ਜਾਣਾ। ਦੁਖੀ ਹੋ ਕੇ ਇਸ ਸਮਾਜ 'ਚੋਂ ਰੋਂਦਿਆਂ ਕਰਲਾਉਂਦਿਆਂ ਹੀ ਰਹਿਣਾ ਤੇ ਰੋਂਦਿਆਂ ਕਰਲਾਉਂਦਿਆਂ ਹੀ ਜਾਣਾ। ਤੇ ਜੇ ਬਣ ਜਾਈਏ ਗੁਰਮੁਖ, ਆਤਮਿਕ ਗਿਆਨ ਆ ਜੇ, ਬ੍ਰਹਮ ਦਾ ਗਿਆਨ ਆ ਜਾਵੇ, ਸਾਨੂੰ ਪਤਾ ਲੱਗ ਜਾਵੇ, ਸਾਡੀ ਪਹਿਲਾਂ ਹੀ ਤਿਆਰੀ ਹੋ ਜਾਵੇ ਕਿ ਅਸੀਂ ਜਾਣਾ ਹੀ ਜਾਣਾ। ਅਸੀਂ ਮੌਤ ਬਾਰੇ ਬਹੁਤ ਘੱਟ ਗੱਲ ਕਰਕੇ ਤੇ ਗੱਲ ਸੁਣ ਕੇ ਰਾਜੀ ਹਾਂ, ਜਦ ਕਿ ਅਟੱਲ ਸੱਚਾਈ ਆ। ਕਿਸੇ ਨੂੰ ਕੋਈ ਦਾਤ ਮਿਲੇ ਜਾਂ ਨਾ ਮਿਲੇ, ਕਿਸੇ ਨੂੰ ਵਿਆਹ ਹੋਵੇ ਨਾ ਹੋਵੇ, ਕਿਸੇ ਨੂੰ ਪੈਸਾ ਮਿਲੇ ਨਾ ਮਿਲੇ, ਮੌਤ ਸਭ ਨੂੰ ਬਰਾਬਰ ਦੇ ਉੱਪਰ ਆਉਣੀ ਹੈ, ਸਭ ਨੂੰ ਮਿਲਣੀ ਹੈ। ਇਸ ਕਰਕੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਇੱਕ ਬੱਚਾ ਛੁੱਟੀਆਂ ਖਤਮ ਹੋਣ ਤੋਂ ਬਾਅਦ ਅਗਰ ਉਹਨੇ ਹੋਮਵਰਕ ਨਾ ਕੀਤਾ ਹੋਵੇ, ਉਹ ਸਕੂਲ ਖੁੱਲ੍ਹਣ ਤੋਂ ਬਹੁਤ ਡਰਦਾ, ਕਹਿੰਦਾ 4 ਛੁੱਟੀਆਂ ਹੋ ਜਾਣ, ਮਾਸਟਰ ਨੂੰ ਬੁਖਾਰ ਹੋ ਜੇ, ਆਏ ਹੋ ਜੇ, ਆਵੇ ਨਾ। ਕਿਉਂ? ਕਾਰਨ ਸਾਰੇ ਕਾਸੇ ਦਾ ਕੀ ਹੈ? ਕਿਉਂਕਿ ਸਕੂਲ ਦਾ ਕੰਮ ਨਹੀਂ ਕੀਤਾ, ਬਹੁਤ ਬਹਾਨੇ ਲਾ ਰਿਹਾ, ਬਹੁਤ ਕੁਝ ਕਰ ਰਿਹਾ, ਤੇ ਦਿਲ ਦੇ ਵਿੱਚ ਡੋਬ ਵੀ ਪੈ ਰਿਹਾ, ਚਿੱਤ ਘਾਉ ਮਾਊ ਵੀ ਕਰ ਰਿਹਾ। ਕਿਉਂ? ਛੁੱਟੀਆਂ ਖੇਲ ਮੱਲ ਕੇ ਗੁਜ਼ਾਰਤੀਆਂ, ਜਿਹੜਾ ਕੰਮ ਕਰਨ ਆਇਆ ਸੀ ਉਹ ਕੀਤਾ ਨਹੀਂ। ਦੂਜੇ ਪਾਸੇ ਇੱਕ ਬੱਚਾ, ਉਹਨੇ ਆਪਣਾ ਕੰਮ ਜਿਹੜਾ ਸਕੂਲ ਦਾ ਕੰਮ ਸੀ ਉਹ ਪਹਿਲਾਂ ਕੀਤਾ, ਫਾਲਤੂ ਟਾਈਮ 'ਚ ਹੱਸ ਖੇਲ ਵੀ ਲਿਆ, ਨਾਨਕੀ ਵੀ ਜਾਇਆ। ਜਿੱਦਾਂ ਸਕੂਲ ਖੁੱਲ੍ਹ ਗਏ, ਸੱਦਾ ਪੱਤਰ ਆ ਗਿਆ, ਉਹਨੇ ਆਪਣਾ ਬਸਤਾ ਤਿਆਰ ਕੀਤਾ, ਚਾਈਂ ਸਕੂਲ ਨੂੰ ਚੱਲਿਆ। ਕਿਉਂ? ਕਿਉਂਕਿ ਉਹਦਾ ਹੋਮਵਰਕ ਕੀਤਾ ਹੋਇਆ। ਇਸੇ ਤਰ੍ਹਾਂ ਅਸੀਂ ਉਹਨਾਂ ਚਿਰ ਮੌਤ ਤੋਂ ਡਰਦੇ ਹਾਂ ਜਿੰਨਾ ਚਿਰ ਅਸੀਂ ਆਪਣੇ ਅੰਦਰਲਾ ਕਾਰਜ ਨਹੀਂ ਕਰਦੇ, ਜਿੰਨਾ ਚਿਰ ਆਪਣੇ ਅੰਦਰ ਦਾ ਕੰਮ ਨਹੀਂ ਕਰਦੇ, ਜਿੰਨਾ ਚਿਰ ਅਸੀਂ ਹੋਮਵਰਕ ਨਹੀਂ ਕਰਦੇ, ਜਿੰਨਾ ਚਿਰ ਆਪਣੇ ਅੰਦਰੋਂ ਨੁਕਸ ਨਹੀਂ ਕੱਢਦੇ, ਉਨਾ ਚਿਰ ਅਸੀਂ ਡਰਦੇ ਰਹਿੰਦੇ ਹਾਂ। ਜਿਹੜੇ ਆਪਣੇ ਅੰਦਰਲਾ ਕਾਰਜ ਕਰ ਲੈਂਦੇ ਆ ਉਹ ਮੌਤ ਤੋਂ ਵੀ ਨਹੀਂ ਡਰਦੇ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਅਟੱਲ ਸੱਚਾਈ ਆ, ਕਿਉਂਕਿ ਹਮ ਆਦਮੀ ਹਾਂ ਇੱਕਦਮੀ। ਜੋ ਸਮਾਂ ਲੰਘ ਗਿਆ ਗੁਰਮੁਖ ਪਿਆਰਿਓ, ਉਹ ਵਾਪਸ ਨਹੀਂ ਮੁੜਨਾ। ਚਾਹੇ ਚੰਗਾ ਲੰਘ ਗਿਆ, ਚਾਹੇ ਮਾੜਾ ਲੰਘ ਗਿਆ, ਉਹ ਤੋਂ ਤਾਂ ਸਿਰਫ ਸਿੱਖਿਆ ਜਾ ਸਕਦਾ। ਆਉਣ ਵਾਲਾ ਸਮਾਂ ਪਤਾ ਨਹੀਂ ਆਵੇ ਕਿ ਨਾ ਆਵੇ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਕੋਈ ਮੋਹਲਤ ਨਹੀਂ, ਕੋਈ ਪਤਾ ਨਹੀਂ ਸਾਧ ਆਵੇ ਕਿ ਨਾ ਆਵੇ। ਇਸ ਕਰਕੇ ਸਾਡੇ ਕੋਲੇ ਅੱਜ ਦਾ ਦਿਨ, ਹੁਣ ਦਾ ਸਮਾਂ, ਪ੍ਰੈਜੈਂਟ ਟਾਈਮ ਆ। ਹੁਣੇ ਤੋਂ ਹੀ ਅਸੀਂ ਸਬਰਨਾ ਸ਼ੁਰੂ ਕਰ ਦਈਏ, ਗੁਰੂ ਦੇ ਲੜ ਲੱਗੀਏ, ਗਿਆਨਵਾਨ ਬਣੀਏ, ਆਪਣੇ ਹਨੇਰੇ ਨੂੰ, ਆਪਣੀ ਅਗਿਆਨਤਾ ਨੂੰ ਖਤਮ ਕਰੀਏ ਤੇ ਆਪਣੇ ਜੀਵਨ ਦਾ ਆਨੰਦ ਮਾਣੀਏ। ਪਤਾ ਕਰੀਏ ਕਿ ਮੈਂ ਕਿਉਂ ਆਇਆ, ਕੀ, ਕਿਉਂ ਤੇ ਕਿਵੇਂ। 3 ਸਵਾਲ ਆਪਣੇ ਅੰਦਰ ਪੈਦਾ ਕਰੀਏ, ਫਿਰ ਜਵਾਬ ਆਉਣੇ ਸ਼ੁਰੂ ਹੋ ਜਾਣਗੇ। ਮੈਂ ਕੀ ਆ, ਮੈਂ ਕੌਣ ਆ, ਮੈਂ ਸਰੀਰ ਨਹੀਂ ਹੈ, ਮੈਂ ਆਤਮਾ ਹਾਂ। ਕਿਉਂਕਿ ਜੇ ਮੈਂ ਸਰੀਰ ਹੁੰਦਾ ਫਿਰ ਮੈਂ ਐਂ ਨਹੀਂ ਕਹਿੰਦਾ ਸੀ ਮੇਰਾ ਹੱਥ, ਮੇਰਾ ਪੈਰ,
ਮੇਰੀਆਂ ਅੱਖਾਂ, ਇਹਦਾ ਮਤਲਬ ਅੰਦਰ ਬੈਠਾ ਕੋਈ ਕਹਿ ਰਿਹਾ ਹੈ ਮੇਰੇ ਹੱਥ, ਮੇਰਾ ਸਰੀਰ, ਮੇਰੇ ਪੈਰ, ਮੇਰੀਆਂ ਉਂਗਲਾਂ, ਮੇਰਾ ਸਿਰ, ਇਹ ਕਹਿ ਰਿਹਾ ਜੋ ਇਹ ਅੰਦਰ ਤੱਕ ਜਾਣਾ। ਸਰੀਰ ਸਥੂਲ ਆ, ਅੰਦਰਲਾ ਜਿਹੜਾ ਸੂਖਸ਼ਮ ਸਰੀਰ ਆ ਇਹ ਵਿਗੜ ਜਾਂਦਾ। ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹਦੇ ਅੰਦਰ ਵਿਗਾੜ ਆ ਜਾਂਦਾ ਹੈ। ਤੇ ਸਤਿਗੁਰੂ ਐਸੀ ਫੈਕਟਰੀ ਹੈ, ਸਤਿਗੁਰੂ ਦਾ ਗਿਆਨ ਐਸਾ, ਸਤ ਸੰਗਤ ਦੇ ਵਿੱਚ ਬੈਠ ਕੇ ਸਤਿਗੁਰੂ ਦੇ ਗਿਆਨ ਲੈ ਕੇ ਆਪਣੇ ਆਪ ਨੂੰ ਸੁਵਾਰਿਆ ਜਾ ਸਕਦਾ। ਜੇ ਤਾਂ ਜੁੜ ਗਏ ਗੁਰੂ ਨਾਲ ਫਿਰ ਤਾਂ ਬਣ ਗਏ ਦੇਵਤੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਬਾਰ। ਜੇ ਨਾ ਜੁੜੇ ਫਿਰ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਦੋ ਹੀ ਰਸਤੇ ਆ, ਬੁਰਾ ਤੇ ਭਲਾ, ਮਨਮੁਖ ਤੇ ਗੁਰਮੁਖ। ਹੁਣ ਇਹ ਸਾਰਾ ਮੈਂ ਡਿਸਾਈਡ ਕਰਨਾ ਕਿ ਮੈਂ ਕਿਹੜੇ ਪਾਸੇ ਜਾਣਾ। ਮੈਂ ਮਨਮੁਖਾਂ ਵਾਲੇ ਪਾਸੇ ਜਾਣਾ ਜਾਂ ਮੈਂ ਗੁਰਮੁਖਾਂ ਵਾਲੇ ਪਾਸੇ ਜਾਣਾ। ਮੈਂ ਅਗਿਆਨੀਆਂ ਵਾਲੇ ਪਾਸੇ ਜਾਣਾ ਜਾਂ ਮੈਂ ਗਿਆਨੀਆਂ ਵਾਲੇ ਪਾਸੇ ਜਾਣਾ। ਮੈਂ ਹਨੇਰੇ ਪਾਸੇ ਜਾਣਾ ਜਾਂ ਮੈਂ ਚਾਨਣ ਵਾਲੇ ਪਾਸੇ ਜਾਣਾ। ਜੇ ਚਾਨਣ ਵਾਲੇ ਪਾਸੇ ਜਾਣਾ, ਅੰਦਰ ਪ੍ਰਕਾਸ਼ ਕਰਨਾ, ਅੰਦਰ ਚਾਨਣ ਕਰਨਾ, ਤਾਂ ਗੁਰਬਾਣੀ ਦੇ ਨਾਲ ਜੁੜਨਾ ਪਏਗਾ। ਜਿਹਨੂੰ ਕਿਹਾ ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਦੇ ਨਾਲ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਅੰਦਰ ਚਾਨਣ ਹੋ ਜਾਂਦਾ ਹੈ। ਮਨੁੱਖ ਨੂੰ ਆਪਣੇ ਆਪ ਦਾ ਪਤਾ ਲੱਗ ਜਾਂਦਾ ਹੈ। ਮੈਂ ਕੌਣ ਆ, ਕਿੱਥੋਂ ਆਇਆ, ਕੀ ਕਰਨ ਆਇਆ, ਕੀ ਕੰਮ ਆ ਮੇਰੇ। ਤੇ ਫਿਰ ਮਨੁੱਖ ਆਪਣੇ ਆਪ ਨੂੰ ਸਵਾਰ ਕੇ ਇੱਥੋਂ ਹੱਸਦਾ ਖੇਲਦਾ ਜਾਂਦਾ ਹੈ। ਜਿੰਨਾ ਚਿਰ ਜਿਉਂਦਾ ਉਹ ਪਰਮ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਇੱਕ ਇੱਕ ਦਿਨ ਉਹਨੂੰ ਬਹੁਤ ਮਹੀਨਿਆਂ ਵਰਗਾ, ਸਾਲਾਂ ਵਰਗਾ ਲੱਗਣ ਲੱਗ ਜਾਂਦਾ। ਜਦੋਂ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ, ਜਦੋਂ ਇਹ ਗੁਬਾਰ ਤੋਂ ਉੱਚਾ ਹੋ ਜਾਂਦਾ, ਜਦੋਂ ਮਾਇਆ ਦੇ ਆਂਡੇ ਦੇ ਵਿੱਚੋਂ ਬੱਚਾ ਨਿਕਲ ਜਾਂਦਾ ਬਾਹਰ, ਨਵਾਂ ਜਨਮ ਪ੍ਰਾਪਤ ਕਰ ਲੈਂਦਾ, ਤਾਂ ਉਹਨੂੰ ਬਹੁਤ ਕੁਝ ਪਤਾ ਲੱਗ ਜਾਂਦਾ, ਨਵਾਂ ਜੀਵਨ ਪ੍ਰਾਪਤ ਹੋ ਜਾਂਦਾ। ਇਸ ਕਰਕੇ ਆਓ ਭਾਈ ਸਾਰੇ ਆਪਣਾ ਆਪਣਾ ਬੁਰਾ ਜੀਵਨ ਖਤਮ ਕਰਕੇ ਨਵੇਂ ਜੀਵਨ ਦੀ ਸ਼ੁਰੂਆਤ ਕਰੀਏ। ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਨਿਤ ਨਵਾਂ। ਕੱਲ ਤੱਕ ਜੋ ਮੈਂ ਸੀ, ਜੇ ਆਪਾਂ ਕਰਨੀ ਹੈ, ਆਪਣਾ ਕੰਪੀਟੀਸ਼ਨ ਕਰਨਾ, ਤਾਂ ਕਿਸੇ ਨਾਲ ਨਾ ਕਰੋ, ਆਪਣੇ ਆਪ ਨਾਲ ਕਰੋ। ਅੱਜ ਤੋਂ 6 ਮਹੀਨੇ ਪਹਿਲਾਂ ਮੈਂ ਕੀ ਸੀ, ਅੱਜ ਕਿੱਥੇ ਆ। ਅੱਜ ਤੋਂ ਸਾਲ ਪਹਿਲਾਂ ਕਿੱਥੇ ਸੀ, ਅੱਜ ਕਿੱਥੇ ਆ। ਆਪਣੇ ਆਪਣੀ ਇਹ ਪੌੜੀ ਪੌੜੀ ਅੰਦਰੋਂ ਚੜ੍ਹਦੇ ਜਾਈਏ ਤੇ ਹੌਲੀ ਹੌਲੀ ਧਰਮਖੰਡ ਦੇ ਵਿੱਚੋਂ ਗਿਆਨਖੰਡ, ਗਿਆਨਖੰਡ ਦੇ ਵਿੱਚੋਂ ਸ਼ਰਮਖੰਡ, ਸ਼ਰਮਖੰਡ ਦੇ ਵਿੱਚੋਂ ਕਰਮਖੰਡ, ਕਰਮਖੰਡ ਦੇ ਵਿੱਚੋਂ ਸੱਚਖੰਡ ਦੇ ਵਾਸੀ ਜਿਉਂਦੇ ਹੀ ਹੋ ਜਾਵਾਂਗੇ। ਸਿੱਖ ਨੂੰ ਜਿਉਂਦੇ ਮੁਕਤ ਹੋਣ ਵਾਸਤੇ ਸਮਝਾਇਆ ਗਿਆ, ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਆਓ ਗੁਰਬਾਣੀ ਲੜ ਲੱਗ ਕੇ ਮੁਕਤੀਆਂ ਪ੍ਰਾਪਤ ਕਰੀਏ, ਜੀਵਨ ਦਾ ਆਨੰਦ ਪ੍ਰਾਪਤ ਕਰੀਏ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।